जी की बिरथा होए सो गुर पे अरदास कर, अरदास कर, अरदास कर, अरदास कर, अरदास कर। छोड़ सियाणप सकल मन तन अरप तारे, पूजो गुर के पैर दुर्मत जाए प्यारे। साध जना के संग पवजल बिखम तारे, सेवो सतगुर देव अगे ना मरो डर। खिन में करे निहाल ऊणे सुबर पर, मन को होए संतोष आइए सदा हर। सो लगा सतगुर से ज्ञान को कर्म थोर, ज्ञान को कर्म थोर। अरदास विच जुगतियां दी लोड़ है। चंद लफज ने कितना कितना एक सियारी ब्यारी एक अखर दे नाल अर्थ बदल जाते ने, गल्लां बदल जांदियां ने। ये अज सारी संगत हिरदे दी डायरी ते लिख लेना कि कदी भी जो नेम करके अरदास कर दिओ, आ कदी नहीं कहना सतगुरु 101 पाठ सुखमनी साहब जी दे मैं कीते ने आ अरदास, 250 पाठ जपजी साहब दे सतगुरु मैं कीते ने आ अरदास से। ये होमे है। सिर्फ इन्ने क बचन अज झोली च पाउणा। कोई भी अरदास है उहदे पिछे नेम कीता है। गुरु रामदास दे दर ते कर रहे हो, पटना साहिब कर रहे हो, पौंटा साहिब कर रहे हो, हेमकुंड साहिब कर रहे हो, हजूर साहिब कर रहे हो, किधरे गुरुद्वारे अरदास कर रहे हो, तो ये नहीं कहना 250 पाठ जपजी साहब कीते। कहना कि ये धन धन गुरु गोबिंद सिंह महाराज तू मेरे गरीब कोलों 250 पाठ जपजी साहब दी सिर ते हथ रख के सेवा लई है। सिर्फ वेखो लफज ही ने कीते ने, गुरु हसेगा। आप जी नूं वेख के सतगुरु हसणगे, ओए होए तू कीते, प्रमाण की करा। ते महापुरुषां दी जुगती इन्ना ही कह दईए सतगुरु तू सिर ते हथ रख के सेवा लईए, ते उस वेले कलगियां वाला भी खुश हुंदा है। इनू अर्जी लिखण दी जाच आ गई है, इनू अर्जी भेजण दी जाच आ गई। दूसरा, कोशिश करो जदों भी कोई विशेष अरदास करनी है ते हाथ खाली ना होए। सूरज प्रकाश दे बचन ने वाहिगुरु नित नाम जपो देग ते हावल की करिए। कोशिश कर देग लैके अरदास कर, ये भी मर्यादा है। मर्यादा जे तेरे घर प्रकाश है, देग बना के किरपान भेंट करके सतगुर दा हिस्सा कढ़ के 5 प्यारियां दा कढ़ के तौलिया पा के 6 पौड़ियां आनंद साहब पढ़ के अरदास कर, तेरी अर्जी बन के पहुंचेगी उत्ते। गज के आखो सतनाम। ये गुरुद्वारे भी करनी है, तो प्रसाद किरपान भेंट करन तो बाद भावना नाल
ਲੈ ਕੇ। ਸੂਰਜ ਪ੍ਰਕਾਸ਼ ਦੇ ਬਚਨ ਨੇ, ਵਾਹਿਗੁਰੂ ਨਿਤ ਨਾਮ ਜਪੋ, ਦੇਗ ਤੇ ਹਾਵਲ ਕੀ ਕਰੀਏ। ਕਿਤੇ ਬਹੁਤ ਮਜਬੂਰੀ ਹੋਵੇ ਫਿਰ ਭਾਵੇਂ ਸੁੱਕਾ ਪ੍ਰਸ਼ਾਦ, ਗੁਰੂ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਉਹ ਤੇਰਾ ਪਿਆਰ ਵੇਖਦਾ ਹੈ। ਆਖੋ ਸਤਿਨਾਮ। ਉਹ ਤੇਰੀ ਪ੍ਰੀਤ ਵੇਖਦਾ ਹੈ। ਤੀਸਰਾ, ਕਿਸੇ ਮੇਰੀ ਭੈਣ ਨੂੰ, ਕਿਸੇ ਮੇਰੇ ਵੀਰ ਨੂੰ ਵਾਹਿਗੁਰੂ ਕੀਰਤਨ ਦੀ ਦਾਤ ਦੇ ਦੇਵੇ, ਕਿਸੇ ਸੁਸਾਇਟੀ ਦਾ ਜਥੇ ਦਾ ਮੁਖੀ ਬਣਾ ਦੇਵੇ ਤੇ ਕਈ ਵਾਰੀ ਫਿਰ ਲੋਕ ਉਹਨਾਂ ਨੂੰ ਚਿੱਟ ਦਿੰਦੇ ਨੇ, ਸਾਡੀ ਅਰਦਾਸ ਕਰ ਦਿਓ। ਇਹ ਵੀ ਜੁਗਤੀ ਹੈ। ਜਦੋਂ ਤੁਹਾਨੂੰ ਕੋਈ ਚਿੱਟ ਦੇਵੇ ਮੇਰੀ ਅਰਦਾਸ ਕਰਦੇ, ਉਹਦੇ ਵਿੱਚ ਵੀ ਜੁਗਤੀ ਹੈ। ਉਹ ਕੀ ਜੁਗਤੀ ਹੈ? ਚਿੱਟ ਦੇਣ ਵਾਲੇ ਦਾ ਤੇ ਗੁਰੂ ਦਾ ਨਾਤਾ ਇਹ ਆਪਸ ਵਿੱਚ ਜੋੜਨਾ, ਆਪ ਵਿੱਚੋਂ ਨਿਕਲ ਜਾਣਾ ਹੈ। ਆਖੋ ਸਤਿਨਾਮ। ਇੱਕ ਬੀਬੀ ਹੈ, ਉਹਦੇ ਸਰੀਰ ਤੇ ਬਹੁਤ ਕਸ਼ਟ, ਬਹੁਤ ਜ਼ਿਆਦਾ ਦੁੱਖ ਹੈ। ਇੱਕ ਸੁਸਾਇਟੀ ਦੀ ਉਹ ਮੁਖੀ ਹੈ। ਕਹਿਣ ਲੱਗੀ ਦੁੱਖ ਜਾ ਨਹੀਂ ਰਿਹਾ ਕਿੰਨੇ ਸਾਲਾਂ ਤੋਂ, ਤੇ ਦਾਸ ਨੇ ਕੁਦਰਤੀ ਪੁੱਛ ਲਿਆ। ਮੈਂ ਕਿਹਾ ਤੁਸੀਂ ਸੁਸਾਇਟੀ ਦੇ ਮੁਖੀ ਹੋ, ਅਰਦਾਸ ਆਪ ਕਰਦੇ ਹੋ ਸੁਸਾਇਟੀ 'ਚ? ਕਹਿੰਦੇ ਹਾਂ। ਮੈਂ ਕਿਹਾ ਜਦੋਂ ਅਰਦਾਸ ਕਰਦੇ ਹੋ ਤੇ ਫਿਰ ਕੀ ਲਫ਼ਜ਼ ਵਰਤਦੇ ਹੋ? ਲੋਕ ਜਦੋਂ ਚਿੱਟਾਂ ਦੇ ਦਿੰਦੇ ਵੀ ਆਹ ਸਾਡੀ। ਕਹਿੰਦੀ ਮੈਂ ਇਹੀ ਕਹਿੰਦੀ ਹਾਂ ਸਤਿਗੁਰੂ ਮੇਰੇ ਵੱਲੋਂ ਅਰਦਾਸ ਹੈ, ਫਲਾਣੇ ਨੇ ਇੰਨੇ ਪਾਠ ਕੀਤੇ ਨੇ, ਉਹਦਾ ਦੁੱਖ ਦੂਰ ਕਰੋ ਸਤਿਗੁਰੂ, ਮੇਰੀ ਅਰਦਾਸ ਹੈ। ਹੁਣ ਦੇਖੋ ਲਫ਼ਜ਼ ਹੀ ਨੇ, ਆਪ ਵਿੱਚ ਆ ਗਈ ਮੇਰੀ ਅਰਦਾਸ। ਆਖੋ ਸਤਿਨਾਮ। ਜੇ ਤੁਹਾਡੇ ਕੋਲੋਂ ਵਾਹਿਗੁਰੂ ਕੋਈ ਸੇਵਾ ਲੈ ਲਵੇ, ਕੋਈ ਮੁਖੀ ਬਣਾ ਦੇਵੇ, ਤੁਸੀਂ ਕਹੋ ਮੈਂ ਅਰਦਾਸ ਕਰਨੀ ਨਹੀਂ, ਤਾਂ ਵੀ ਤੁਰਦਾ ਨਹੀਂ ਪ੍ਰਬੰਧ। ਸਿਰਫ ਬਾਬਾ ਆਨੰਦ ਸਿੰਘ ਜੀ ਸਮਝ ਦਿੰਦੇ ਸੀ, ਕਿਸੇ ਵੇਲੇ ਇੰਜ ਕਰਨੀ ਪੈ ਵੀ ਜਾਵੇ ਆਪ ਵਿੱਚੋਂ ਨਿਕਲ ਜਾਣਾ ਹੈ। ਕੀ ਕਹਿਣਾ ਹੈ? ਸਤਿਗੁਰੂ ਗੁਰਦਰਸ਼ਨ ਸਿੰਘ, ਕੁਝ ਵੀ ਨਾ ਹੈ, ਜਸਵੀਰ ਸਿੰਘ, ਬਲਵੀਰ ਸਿੰਘ, ਸਤਿਗੁਰੂ ਬਲਵੀਰ ਸਿੰਘ ਕੋਲੋਂ ਤੁਸੀਂ 250 ਪਾਠ ਜਪਜੀ ਸਾਹਿਬ ਸੇਵਾ ਲਈਏ, ਫਲਾਣਾ ਰੋਗ ਨਿਵਾਰਨ ਕਰਨ ਦੀ ਬੇਨਤੀ ਕਰਦੇ ਨੇ। ਹੁਣ ਉਹ ਜਾਣੇ ਤੇ ਗੁਰੂ ਜਾਣੇ। ਆਖੋ ਸਤਿਨਾਮ। ਤੁਸੀਂ ਵਿੱਚੋਂ ਨਿਕਲ ਗਏ। ਤੇ ਜੇ ਤੁਸੀਂ ਆਪਣੇ ਵੱਲੋਂ, ਤੇ ਫਿਰ ਕਹਿੰਦੇ ਹੋ ਸਕਦਾ, ਹੋ ਸਕਦਾ ਉਹਦਾ ਕਸ਼ਟ ਤੇਰੇ ਤੇ ਵੀ ਆ ਸਕਦਾ। ਆਖੋ ਸਤਿਨਾਮ। ਇਹ ਜੁਗਤੀਆਂ, ਇਹ ਵਿਧੀਆਂ। ਅਗਰ ਤੈਨੂੰ ਕੋਈ ਸੰਗਤ ਦਾ ਮੁਖੀ ਬਣਾ ਦੇਵੇ ਮਹਾਰਾਜ, ਕੋਈ ਤੈਨੂੰ ਆਗੂ ਬਣਾ ਦੇਵੇ, ਲੋਕ ਤੈਨੂੰ ਕਹਿਣ ਵੀ ਮੇਰੀ ਅਰਦਾਸ, ਤੇ ਉਸ ਵੇਲੇ ਉਹਦਾ ਨਾਂ ਬੋਲ ਕੇ ਸਤਿਗੁਰੂ ਫਲਾਣਾ ਸਿੰਘ ਬੇਨਤੀ ਕਰਦੇ ਆ, ਆਹ ਮਨੋਕਾਮਨਾ ਹੈ। ਇਹਨੇ ਪਾਠ ਉਹਨੇ ਇੰਨੀ ਹਾਜ਼ਰੀ ਲਾਈ, ਤੁਸੀਂ ਸੇਵਾ ਲਈ ਹੈ। ਹੁਣ ਉਹ ਜਾਣੇ ਤੇ ਗੁਰੂ ਜਾਣੇ, ਤੂੰ ਨਿਕਲ ਗਿਆ ਜੇ ਆਪਣੇ ਵੱਲੋਂ ਗੱਜ ਕੇ। ਆਖੋ ਸਤਿਨਾਮ। ਚੌਥੀ ਜੁਗਤੀ ਅਰਦਾਸ ਦੀ। ਕਹਿੰਦੇ ਅਰਦਾਸ ਕਰਨ ਵਿੱਚ ਅੰਦਰੋਂ ਅੱਤ ਦੀ ਨਿਮਰਤਾ ਹੋਵੇ ਤਾਂ ਅਰਦਾਸ ਪਹੁੰਚਦੀ ਹੈ। ਆਖੋ ਸਤਿਨਾਮ। ਤਾਂ ਪਹੁੰਚੇਗੀ। ਅਰਦਾਸ ਦਮੇ ਹੋਵੇ। ਮੈਂ ਚਾਹਾਂ ਤੇ ਕੰਮ ਕਰਾ ਸਕਦਾ ਸਾਂ, ਚਲੋ ਕਹਿੰਦੇ ਸੀ ਅਰਦਾਸ ਕਰੋ, ਅਜੇ ਫਿਰ ਮਗਰ ਦਮ ਹੈ। ਬਾਬਾ ਆਨੰਦ ਸਿੰਘ ਜੀ ਕੋਲੋਂ ਆ ਚੌਥੀ ਜੁਗਤੀ ਬਾਰੇ ਜੇ ਕੁਝ ਸਮਝੀਏ ਤੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਅਰਦਾਸ ਕਰਨ ਵੇਲੇ ਬੋਲਾਂ 'ਚ ਵੀ ਨਿਮਰਤਾ ਹੋਵੇ, ਹਿਰਦੇ 'ਚ ਵੀ ਨਿਮਰਤਾ ਹੋਵੇ, ਤੇਰੇ ਖਲੋਣ 'ਚ ਵੀ ਨਿਮਰਤਾ ਹੋਵੇ। ਆਖੋ ਸਤਿਨਾਮ। ਬੋਲਾਂ 'ਚ ਵੀ ਨਿਮਰਤਾ, ਹਿਰਦੇ 'ਚ ਵੀ ਨਿਮਰਤਾ ਅਰਦਾਸ ਵੇਲੇ, ਔਰ ਖਲੋਣ 'ਚ ਵੀ। ਇਹਨੂੰ ਫੀਲ ਨਾ ਕਰਿਓ। ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਕਈ ਅਰਦਾਸ ਵਿੱਚ ਇਹ ਦੋਵੇਂ ਹੱਥ ਇਹ ਥੱਲੇ ਰੱਖ ਲੈਂਦੇ ਹਨ, ਲੱਤਾਂ ਖੁੱਲੀਆਂ ਹੁੰਦੀਆਂ। ਇਹ ਮਹਾਂਪੁਰਸ਼ਾਂ ਦਾ ਬਚਨ ਹੈ। ਕਹਿੰਦੇ ਅਰਦਾਸ ਵਿੱਚ ਲੱਤਾਂ ਖੁੱਲੀਆਂ, ਇਹ ਹੱਥ ਦੋਵੇਂ ਥੱਲੇ ਨੇ, ਇਹ ਹੰਕਾਰ ਦਾ ਸਰੂਪ ਹੈ।
ਤੁਸੀਂ ਕਦੀ ਬੱਚੇ ਦੇ ਪ੍ਰਿੰਸੀਪਲ ਨੂੰ ਮਿਲਣ ਜਾਓ, ਇਨਕਮ ਟੈਕਸ ਸੇਲ ਟੈਕਸ ਦੇ ਅਫਸਰ ਨੂੰ ਮਿਲਣ ਜਾਓ, ਕਿਸੇ ਪੁਲਿਸ ਅਫਸਰ ਨੂੰ ਮਿਲਣ ਜਾਓ, ਸੁੱਖ ਸਾਂਦ ਨਾਲ ਤੁਸੀਂ ਉਹਦੇ ਦਫ਼ਤਰ 'ਚ ਇੰਝ ਖਲੋ ਜਾਓ, ਲੱਤਾਂ ਖੁੱਲੀਆਂ ਕਰਕੇ, ਹੱਥ ਥੱਲੇ ਕਰਕੇ, ਉਹ ਅਫਸਰ ਦੇ ਮਨ 'ਚ ਜ਼ਰੂਰ ਆਏਗਾ ਇਹਦਾ ਕੰਮ ਕੀ ਕਰਾਂ, ਇਹਨੂੰ ਮੇਰੇ ਦਫ਼ਤਰ 'ਚ ਖਲੋਣ ਦੀ ਜਾਚ ਹੀ ਨਹੀਂ। ਤੇ ਜੇ ਕਹਿੰਦੇ ਸੇਵਾਦਾਰਾਂ ਨੇ ਪੁੱਛਿਆ ਬਾਬਾ ਜੀ ਫਿਰ ਖਲੋਣ ਦੀ ਨਿਮਰਤਾ ਦਾ ਸਰੂਪ, ਤੇ ਬਾਬਾ ਜੀ ਕਹਿੰਦੇ ਇਹ ਹੱਥ ਇੰਝ ਹੋਣ, ਇਹ ਦੋਵੇਂ ਹੱਥ ਇੱਥੇ ਹੋਣ ਅਰਦਾਸ ਵੇਲੇ, ਤੇ ਪੈਰ ਦੀ ਜਿਹੜੀ ਅੱਡੀ ਹੈ ਨਾ ਉਹ ਮਗਰੋਂ ਜੁੜੀ ਹੋਵੇ, ਅੱਡੀ ਜੁੜੀ ਹੋਵੇ, ਇਹ ਹੱਥ ਇੱਥੇ ਹੋਣ। ਕਦੀ ਨੋਟ ਕਰੋ ਇਸ ਤਰ੍ਹਾਂ ਕੋਈ ਖੜਾ ਹੋਵੇ, ਇਹ ਨਿਮਰਤਾ ਦਾ ਸਰੂਪ ਹੈ। ਲੱਤਾਂ ਖੁੱਲੀਆਂ ਹੋਣ, ਹੱਥ ਥੱਲੇ ਹੋਣ, ਇਹ ਹਉਮੈ ਦਾ ਸਰੂਪ ਹੈ। ਦਾਸ ਇਹ ਬਚਨ ਕਿਤਾਬਾਂ 'ਚੋਂ ਪੜ੍ਹ ਰਿਹਾ ਸੀ, ਤੇ ਮੈਂ ਪੜ੍ਹਦੇ ਪੜ੍ਹਦੇ ਮੈਂ ਕਿਹਾ ਮਾਂ ਸਤਿਗੁਰੂ ਮਹਾਂਪੁਰਸ਼ੋ ਵੀ ਧਰਤੀ ਤੇ ਕੱਟੜ ਬੰਦੇ ਵੀ ਬੜੇ ਆ, ਕੋਈ ਕੁਐਸਚਨ ਕਰ ਦੇਵੇ ਬਾਬਾ ਆਨੰਦ ਸਿੰਘ ਜੀ ਨੇ ਆਹ ਕੀ ਕਹਿਤਾ ਜੀ, ਹੱਥਾਂ 'ਚ ਜੁੜੇ ਹੋਣ, ਅੱਡੀਆਂ ਪੈਰਾਂ ਦੀਆਂ ਜੁੜੀਆਂ ਹੋਣ ਜੀ, ਆਹ ਨਿਮਰਤਾ ਦਾ ਸਰੂਪ। ਤੇ ਮੈਂ ਕੁਦਰਤੀ ਅਰਦਾਸ ਕੀਤੀ, ਮੈਂ ਕਿਹਾ ਜੀ ਜੇ ਗੁਰਬਾਣੀ ਦੀ ਪੰਕਤੀ ਕੋਈ ਨਾਲ ਆ ਜੇ ਤੇ ਫਿਰ ਮਹਾਂਪੁਰਸ਼ ਦੇ ਬਚਨ ਵਿੱਚ ਪੂਰੀ ਮੋਹਰ ਲੱਗ ਜਾਂਦੀ ਏ। ਕੋਈ ਕੱਟੜ ਬੰਦਾ ਵੀ ਕਿੰਤੂ ਪਰੰਤੂ ਵਾਲਾ ਵੀ ਕੱਟ ਨਹੀਂ ਕਰ ਸਕਦਾ। ਜਦੋਂ ਦਾਸ ਨੇ ਅਰਦਾਸ ਕੀਤੀ ਤੇ ਇਹ ਹੱਥ ਇੱਥੇ ਹੁਣ ਇਹ ਵੀ ਪੰਕਤੀ ਆ ਗਈ। ਪੜ੍ਹੋ ਇੱਕ ਵਾਰੀ ਵੀਰ, ਇੱਕ ਵਾਰੀ ਭੈਣਾ ਜੀ। ਦੋਏ ਕਰ ਜੋੜ, ਦੋਏ ਕਰ ਜੋੜ, ਕਰ ਜੋੜ ਕਰੋ ਅਰਦਾਸ, ਦੋਏ ਕਰ ਜੋੜ ਕਰੋ ਅਰਦਾਸ। ਕੱਢ ਕੇ ਭੈਣੋ ਆ ਚੌਥੀ ਜੁਗਤੀ ਪੱਲੇ ਬਣੇ ਹੋ। ਅਰਦਾਸ ਕਰਨ ਵਿੱਚ ਅੰਦਰੋਂ ਅੱਤ ਦੀ ਨਿਮਰਤਾ ਹੋਵੇ ਤਾਂ ਪਹੁੰਚਦੀ ਹੈ। ਬੋਲਾਂ 'ਚ ਵੀ ਨਿਮਰਤਾ, ਹਿਰਦੇ 'ਚ ਵੀ ਨਿਮਰਤਾ, ਔਰ ਖਲੋਣ 'ਚ ਵੀ ਨਿਮਰਤਾ। ਦੋਏ ਕਰ ਜੋੜ ਕਰੋ ਅਰਦਾਸ। ਅਰਦਾਸ ਕਰਨ ਦੀ ਪੰਜਵੀਂ ਜੁਗਤੀ ਕਹਿੰਦੇ ਇੱਕ ਧਿਆਨ ਰੱਖੀ, ਇੱਕ ਧਿਆਨ ਰੱਖੀ। ਪੰਜਵੀਂ ਜੁਗਤੀ ਬੜੇ ਧਿਆਨ ਨਾਲ ਸੁਣਿਓ ਜੀ। ਪੰਜਵੀਂ ਜੁਗਤੀ ਕਹਿੰਦੇ ਅਰਦਾਸ ਇੱਕ ਦੇ ਅੱਗੇ ਹੋਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਇਹ ਬੜਾ ਇੱਕ ਤੁਹਾਡੇ ਨਾਲ ਗੱਲ ਥੋੜੀ ਖੁੱਲੀ ਕਰਨੀ ਪੈਣੀ। ਕਈ ਮੈਨੂੰ ਕਹਿੰਦੇ ਜੀ ਅਰਦਾਸ ਇੱਕ ਦੇ ਅੱਗੇ ਹੋਵੇ, ਮਤਲਬ ਵੀ ਜੇ ਗੁਰੂ ਨਾਨਕ ਸਾਹਿਬ ਕੀਤੀ ਹੈ ਤੇ ਗੁਰੂ ਗੋਬਿੰਦ ਸਿੰਘ ਅੱਗੇ ਨਾ ਕਰੀਏ। ਆਖੋ ਸਤਿਨਾਮ। ਗੁਰੂ ਗੋਬਿੰਦ ਸਿੰਘ ਜੀ ਅੱਗੇ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਅੱਗੇ ਨਾ ਕਰੀ। ਇਹ ਅੱਜ ਵਿਚਾਰਨ ਵਾਲੀ ਬਾਤ। ਅਰਦਾਸ ਪੰਜਵੀਂ ਜੁਗਤੀ ਇੱਕ ਅੱਗੇ ਹੋਵੇ, ਉਹਦਾ ਕੀ ਮਤਲਬ ਏ? ਤੁਹਾਡੀਆਂ 10 ਪਾਤਸ਼ਾਹੀਆਂ ਤੇ ਹੁਣ ਮੌਜੂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਰੇ ਇੱਕੋ ਰੂਪ ਹੀ ਨੇ। ਤੁਸੀਂ ਬਾਲਾ ਪ੍ਰੀਤਮ ਅੱਗੇ ਕਰ ਲਓ ਤਾਂ ਵੀ ਇੱਕ ਅੱਗੇ ਹੀ ਹੈ, ਗੁਰੂ ਤੇਗ ਬਹਾਦਰ ਜੀ ਅੱਗੇ ਕਰ ਲਓ ਤਾਂ ਵੀ ਇੱਕ ਅੱਗੇ ਹੀ ਹੈ, ਗੁਰੂ ਨਾਨਕ ਅੱਗੇ ਕਰ ਲਓ ਤਾਂ ਵੀ ਇੱਕ ਹੀ ਹੈ। ਕਿਉਂ? ਜੋਤ ਉਹ ਤੁਰੀ ਆ ਰਹੀ ਹੈ। ਇਹ ਮਤ ਸਮਝਣਾ ਵੀ ਇੱਥੇ ਆ ਕੇ ਕਿਤੇ ਡਬਲਿੰਗ ਹੋ ਗਈ। ਆ ਦਿੱਲੀ 'ਚ ਇੱਕ ਭੈਣ ਨੇ ਨੇਮ ਲਿਆ, ਕੋਈ ਪ੍ਰੋਬਲਮ ਸੀ ਤੇ ਕਈਆਂ ਦੇ ਵੀ ਤਾਂ ਚਿੱਤੀ ਆ ਜਾਂਦੀ ਵੀ ਅਰਦਾਸ ਇੱਕ ਅੱਗੇ।
कहती अरदास मैं रकाबगंज साहब करा कि सीसगंज साहब करा? आखो सतनाम कि बंगला साहब? ਇਹ ਵੀ ਤੁਸੀਂ ਗੁਣ ਲੈਣਾ ਹੈ। ਅਰਦਾਸ ਬੰਗਲਾ ਸਾਹਿਬ ਹੋ ਜੇ, ਅਰਦਾਸ ਰਕਾਬਗੰਜ ਸਾਹਿਬ ਹੋ ਜੇ, ਅਰਦਾਸ ਸੀਸਗੰਜ ਸਾਹਿਬ ਹੋ ਜੇ, ਅਰਦਾਸ ਨਾਨਕ ਪਿਆ ਹੋ ਜੇ। ਆ ਗੁਣ ਲੈ ਕੇ ਜਾਣਾ। ਅਰਦਾਸ ਕਿਸੇ ਗੁਰਦੁਆਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਾਜ਼ਰੀ ਹੈ, ਸਮਝ ਲਓ ਕਿਸੇ ਗੁਰਦੁਆਰੇ ਵੀ ਹੋ ਜੇ ਅਰਦਾਸ ਇੱਕ ਅੱਗੇ ਹੀ ਹੋ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਅੱਗੇ ਹੀ ਹੋ ਰਹੀ ਹੈ। ਪੰਜਵੀਂ ਜੁਗਤੀ ਕਹਿੰਦੇ ਅਰਦਾਸ ਇੱਕ ਅੱਗੇ ਹੋਵੇ। ਇਹ ਮਹਾਂਪੁਰਸ਼ ਇੱਕ ਗਾਥਾ ਸੁਣਾਉਂਦੇ ਸੀ ਸੰਪਰਦਾਈ। ਕਹਿੰਦੇ ਬੇੜੀ ਜਾ ਰਹੀ ਸੀ ਸਮੁੰਦਰ 'ਚ, ਜਿਹੜਾ ਵਿੱਚ ਬੈਠਾ ਬੜਾ ਆਨੰਦ ਮਗਲਾ ਚਾਰ ਹੋ ਰਿਹਾ। ਇਹ ਗਾਥਾ ਹੈ। ਕਹਿੰਦੇ ਸਮੁੰਦਰ 'ਚ ਤੂਫਾਨ ਆ ਗਿਆ। ਜਦੋਂ ਤੂਫਾਨ ਆ ਗਿਆ ਤੇ ਜੋ ਬੇੜੀ ਵਿੱਚ ਬੈਠਾ ਸੀ ਉਹਨੇ ਅਰਦਾਸ ਕੀਤੀ, शिव जी महाराज बचाओ। हक सतनाम सिर्फ इशारा ही लेना ही गाता है। अरदास की बचाओ। पानी तूफान आ गया, मेरी बेड़ी डुबन लगी है, मैनू बचाओ। कहते अजे 30 सेकंड नहीं बीते, अद्धा मिनट नाल ही कहता फलाने ठाकर द्वारे वाले मैनू बचाओ। हको सतनाम। ये समझाने वाले कहते सी जो उन्हें कहा ना शिव जी महाराज मैनू बचाओ, तो कहते शिव जी उठन लगे, आवाज मारी सू तो चलो बचावा। वो सुनाने वाले गाथा इंज कहते कहते जो शिव जी उठन लगे तो जो इन्हें कहा फलाने ठाकर द्वारे वाले बचाओ, शिव जी कहते चल फिर दूजे अगे भी कहता ही पिया मैं बह जाना। को सतनाम। नाल ही उन्हें तीसरा नाम ले लिया, सखी सरवर मैनू बचाओ। आखो सतनाम। हुण दूजा बह गया, इन्हें तीजा भी ले लिया ना। कहते बेड़ी ना बच सकी, बेड़ी डुब गई, कारण की सी? अरदास एक अगे नहीं सी। जे किते अरदास मक्खण शाह लुभाणे वांग एक अगे हुंदी ते गुरु तेग बहादुर मोढा ला के पहुंच जाए। छेवीं जुगती अरदास करन समय, ये छेवीं जुगती ध्यान रखियो। अरदास करन समय तुहाडे हिरदे विच अपने गुरु दी समर्था ते पूर्ण विश्वास होवे। साडे हिरदे च ये विश्वास ही नहीं होएगा भी मेरा गुरु जिहदे अगे मैं अरदास कर रहा वो समर्थ है, फिर मत समझो अरदास पूरी होएगी। ये छेवीं जुगती ओदी समर्था ते विश्वास। मेरे ख्याल नाल ये तां ही पंथ ने अरदास च लफज दर्ज कीते ने, सिखां नूं सिक्खी दान, केस दान, रहत दान, बबेक दान ते पंजवां विसाओ दान। विसाओ की होंदा? विश्वास। अज तो 22-24 साल पहले मेरा भी यही हाल सी। दरबार साहब कोई अरदास करनी ते अंदर की होना कि अरदास गुरु रामदास जी नूं कर रहे हैं, रब कोई होर है। ये छेवीं जुगती के अरदास करन वेले अपने गुरु लई गुरु दी समर्था ते इन्ना विश्वास होवे कि जिस गुरु अगे मैं अरदास कर रहा वो आप रब ही है, वो आप प्रभु है। मन क्यों बैराग करेगा सतगुरु मेरा पूरा, नानक सोधे सिमरत वेद, भार ब्रह्म गुरु नाई भेद। गुरु की समर्था ते इन्ना विश्वास। महाराजा रणजीत सिंह दा समा दास पढ़ रहा सी ते ओदा हैडिंग लिखिया नौशहरे दी जंग। अकाली फूला सिंह जी अरदास की, फौजां तोरतियां, नौशहरे दी जंग का जिक्र लिखिया। फौजां नूं तोरिया अद्धा घंटा ही होया
ਤੇ ਮਹਾਰਾਜਾ ਰਣਜੀਤ ਸਿੰਘ ਨੇ ਸੁਨੇਹਾ ਭੇਜਿਆ ਕਿ ਸਾਨੂੰ ਸੂਹ ਮਿਲੀ ਏ ਪਠਾਨਾਂ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਕਾਲੀ ਫੂਲਾ ਸਿੰਘ ਜੀ, ਸਾਡੀਆਂ ਫੌਜਾਂ ਦੀ ਗਿਣਤੀ ਘੱਟ ਏ। ਦੂਜਾ ਸੁਨੇਹਾ ਕੀ ਦਿੱਤਾ ਕਿ ਅਜੇ ਸਾਡਾ ਤੋਪਖਾਨਾ ਪਹੁੰਚਿਆ ਨਹੀਂ। ਤੋਪਖਾਨਾ ਤੇ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਨੂੰ ਸੁਨੇਹਾ ਭੇਜਦਾ ਕਿ ਅਜੇ ਅੱਗੇ ਨਾ ਵਧੋ, ਧਿਆਨ ਦੇਣਾ, ਅਜੇ ਅੱਗੇ ਨਾ ਵਧੋ। ਇੱਕ ਤੇ ਪਠਾਨਾਂ ਦੀਆਂ ਫੌਜਾਂ ਦੀ ਗਿਣਤੀ ਜ਼ਿਆਦਾ ਹੈ, ਆਪਣੀ ਗਿਣਤੀ ਘੱਟ ਹੈ, ਇੱਕ ਸਾਡਾ ਤੋਪਖਾਨਾ ਨਹੀਂ ਪਹੁੰਚਿਆ ਤੇ ਰੁਕ ਜਾਓ, ਵਾਪਸ ਆ ਜਾਓ, ਅਜੇ ਅੱਗੇ ਨਾ ਵਧੋ। ਤੇ ਧਿਆਨ ਦੇਣਾ, ਅਕਾਲੀ ਫੂਲਾ ਸਿੰਘ ਜੀ ਨੇ ਅੱਗੋਂ ਕੀ ਜਵਾਬ ਭੇਜਿਆ? ਕਹਿੰਦੇ ਹੁਣ ਖਾਲਸਾ ਅਰਦਾਸ ਕਰ ਚੁੱਕਾ ਹੈ। ਗੱਜ ਕੇ ਆਖੋ ਸਤਿਨਾਮ। ਅਕਾਲੀ ਫੂਲਾ ਸਿੰਘ ਰੰਗੀ ਰੂਹ ਕੀ ਕਹਿੰਦੇ? ਕਹਿੰਦੇ ਖਾਲਸਾ ਅਰਦਾਸ ਕਰ ਚੁੱਕਾ ਹੈ। ਅਰਦਾਸ ਕਰਕੇ ਖਾਲਸਾ ਵਾਪਸ ਨਹੀਂ ਮੁੜਦਾ। ਗੁਰੂ का ਖਾਲਸਾ ਅਰਦਾਸ ਕਰ ਚੁੱਕਾ ਹੈ। ਤੇ ਅਕਾਲੀ ਫੂਲਾ ਸਿੰਘ ਜੀ ਨੇ ਵੇਖੋ ਕੀ ਜਵਾਬ ਭੇਜਿਆ, ਵਿਸ਼ਵਾਸ ਵੇਖੋ ਉਹਨਾਂ ਦਾ। ਕਹਿੰਦੇ ਤੋਪਖਾਨਾ ਭਾਵੇਂ ਪਹੁੰਚੇ ਪਰ ਭਾਵੇਂ ਨਾ ਪਹੁੰਚੇ, ਕਹਿੰਦੇ ਮੈਨੂੰ ਵਿਸ਼ਵਾਸ ਹੈ ਜਿਸ ਸਮਰੱਥ ਗੁਰੂ ਅੱਗੇ ਅਰਦਾਸ ਕਰਕੇ ਮੈਂ ਤੁਰਿਆ ਉਸ ਤੋਂ ਵੱਡਾ ਤੋਪਖਾਨਾ ਕੋਈ ਨਹੀਂ ਹੈ। ਉਹਦੇ ਅੰਦਰ ਇੰਨਾ ਵਿਸ਼ਵਾਸ ਹੈ ਕਿ ਤੋਪਖਾਨਾ ਇੱਕ ਜ਼ਰੂਰੀ ਹਥਿਆਰ ਵੀ ਨਹੀਂ ਪਹੁੰਚਿਆ, ਪਰ ਜਿਹਦੇ ਅੱਗੇ ਮੈਂ ਅਰਦਾਸ ਕੀਤੀ ਹੈ ਉਹ ਤੋਪਖਾਨਿਆਂ ਨੂੰ ਚਲਾਉਣ ਵਾਲਾ ਹੋਇਆ। ਆਖੋ ਸਤਿਨਾਮ। ਛੇਵੀਂ ਜੁਗਤੀ ਕਿ ਜਿਹਦੇ ਅੱਗੇ ਆਪਣੀ ਅਰਦਾਸ ਕੀਤੀ ਉਹਦੀ ਸਮਰੱਥਾ ਤੇ ਇੰਨਾ ਵਿਸ਼ਵਾਸ। ਛੇਵੀਂ ਜੁਗਤੀ ਕਹਿੰਦੇ ਅਰਦਾਸ ਕਰਨ ਵੇਲੇ ਗੁਰੂ ਦੀ ਸਮਰੱਥਾ ਤੇ ਵਿਸ਼ਵਾਸ ਹੋਵੇ। ਜੇ ਸਮਰੱਥਾ ਦੀ ਤਰੇੜੇ, ਸਾਡੇ ਵਿਸ਼ਵਾਸ ਦੀ ਤਰੇੜੇ, ਫਿਰ ਗੱਲ ਟਿਕਾਣੇ ਨਹੀਂ ਲੱਗਦੀ। ਜੀ ਕੀ ਬਿਰਥਾ ਹੋਏ ਸੋ ਗੁਰ ਅਰਦਾਸ ਕਰ। ਸਤਵੀਂ ਜੁਗਤੀ ਕਹਿੰਦੇ ਅਰਦਾਸ ਵਿੱਚ ਮੰਗ ਸਹੀ ਹੋਵੇ। ਬੜਾ ਪਿਆਰਾ ਪ੍ਰਕਰਨ ਹੈ। ਆਪਾਂ ਧੜਾ ਧੜ ਅਰਦਾਸ ਕਰੀ ਜਾਈਏ, ਇਹ ਵੀ ਵਿਧੀ ਹੈ। ਜੁਗਤੀ ਕਹਿੰਦੇ ਮੰਗ ਸਹੀ ਹੋਵੇ। ਮੰਗ ਜਿਹੜੀ ਮੰਗ ਰਹੇ ਆ ਉਹ ਸਹੀ ਹੋਵੇ। ਇਹ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਦਾ ਬਚਨ ਜੇ। ਕਹਿੰਦੇ ਸੰਸਾਰੀ ਬੰਦੇ ਦੀ ਅਰਦਾਸ ਨਾ ਪੂਰੀ ਹੋਵੇ ਤੇ ਕਈ ਵਾਰੀ ਆਪਣੇ ਗੁਰੂ ਨਾਲੋਂ ਟੁੱਟ ਜਾਂਦਾ। ਸੁਣਿਓ, ਸੰਸਾਰੀ ਬੰਦੇ ਦੀ ਅਰਦਾਸ ਪੂਰੀ ਨਾ ਹੋਵੇ ਤੇ ਕਈ ਵਾਰੀ ਚੰਗਾ ਭਲਾ ਜੁੜਿਆ ਗੁਰੂ ਨਾਲੋਂ ਟੁੱਟ ਜਾਂਦਾ। ਕਹਿੰਦੇ ਕਿਸੇ ਸੰਤ ਦੀ ਅਰਦਾਸ ਪੂਰੀ ਨਾ ਹੋਵੇ ਤੇ ਉਹ ਟੁੱਟਦਾ ਨਹੀਂ, ਬਲਕਿ ਸੋਚਦਾ ਮੇਰੇ ਮੰਗਣ ਵਿੱਚ ਕਿਤੇ ਕੋਈ ਭੁੱਲ ਤੇ ਨਹੀਂ ਹੋ ਗਈ। ਸੁਣਿਆ, ਮੇਰੀ ਮੰਗ ਸਹੀ ਸੀ। ਇਹ ਸਤਵੀਂ ਜੁਗਤੀ ਮਸਤੂਆਣੇ ਵਾਲਿਆਂ ਦਾ ਬੱਚੇ ਨੇ। ਸੰਸਾਰੀ ਦੀ ਅਰਦਾਸ ਪੂਰੀ ਨਾ ਹੋਵੇ ਤੇ ਉਵੇਂ ਜਾ ਕੇ ਮੈਂ ਜਾਣਾ ਹੀ ਨਹੀਂ ਜੀ, ਹੁਣ ਮੈਂ ਅੱਜ ਤੋਂ ਬਾਅਦ ਹੀ ਨਹੀਂ, ਟੁੱਟ ਜਾਂਦਾ ਕਈ ਵਾਰੀ। ਕਿਸੇ ਸੰਤ ਦੀ ਅਰਦਾਸ ਨਾ ਪੂਰੀ ਹੋਵੇ ਤੇ ਉਹ ਆਪਣੇ ਅੰਦਰ ਸੋਚਦਾ ਮੇਰੇ ਮੰਗਣ ਵਿੱਚ, ਮੇਰੀ ਮੰਗ ਵਿੱਚ ਕੋਈ ਭੁੱਲ ਤੇ ਨਹੀਂ ਰਹਿ ਗਈ। ਆ ਸਿੱਖੀਏ। ਰਘਬੀਰ ਸਿੰਘ ਵੀਰ ਬੜੇ ਰਾਈਟਰ ਨੇ, ਤਗੜੇ ਤੇ ਪ੍ਰਾਪਤੀ ਕੀਤੀ ਹੋਈ ਹੈ, ਤੇ ਬਾਬਾ ਆਨੰਦ ਸਿੰਘ ਦੀ ਵੀ ਸੰਗਤ ਕੀਤੀ ਹੈ। ਉਹਨਾਂ ਦਾ ਵੀ ਇੱਕ ਬਚਨ ਮਿਲਦਾ, ਕਹਿੰਦੇ ਦਰੁਸਤ ਤੇ ਨੇਕ ਕੰਮ ਕਰਨ ਦੀ ਹਿੰਮਤ ਤੇ ਸ਼ਕਤੀ ਮੰਗਣੀ। ਅਰਦਾਸ ਵਿੱਚ ਆ ਮੰਗਾਂ ਹੋਣੀਆਂ ਚਾਹੀਦੀਆਂ। ਮੰਗ ਸਹੀ ਹੋਵੇ।
ਅਰਦਾਸ ਵਿੱਚ। ਹੁਣ ਅੱਜ 3 ਪੱਖ ਲੈਣੇ ਜੇ 2-2 ਮਿੰਟ ਦੇ। ਪਹਿਲਾ ਪੱਖ, ਸਾਡੀ ਮੰਗ ਵਿੱਚ ਲੋਭ ਨਾ ਹੋਵੇ। ਗੱਜ ਕੇ ਆਖੋ ਸਤਿਨਾਮ। ਲੋਭ ਨਾ ਹੋਵੇ, ਮੰਗ ਸਹੀ ਹੋਵੇ। ਹੁਣ ਮੰਨ ਲਓ ਤੁਹਾਨੂੰ ਵਾਹਿਗੁਰੂ ਨੇ 2.5 ਲੱਖ ਵਾਲੀ ਕਾਰ ਦਿੱਤੀ ਹੈ ਜੀ, ਤੁਸੀਂ ਕਿਸੇ ਰਿਸ਼ਤੇਦਾਰ ਦੀ 8 ਲੱਖ ਵਾਲੀ ਕਾਰ 'ਚ ਬਹਿ ਗਏ ਹੋ। ਤੁਸੀਂ ਹੁਣ ਅਗਲੇ ਦਿਨ ਕਹਿੰਦੇ ਹੋ ਮਹਾਰਾਜ ਮੈਂ 2 ਜਪਜੀ ਸਾਹਿਬ ਦੇ ਪਾਠ ਵਧਾਵਾਂਗਾ, ਮੈਨੂੰ 8 ਲੱਖ ਦੀ ਕਦੋਂ ਮਿਲੇਗੀ? ਆਖੋ ਸਤਿਨਾਮ। ਇਹ ਲੋਭ ਹੈ, ਇਹ ਮੰਗ ਸਹੀ ਨਹੀਂ। 3 ਪੱਖ ਨੇ ਮੰਗ ਸਹੀ ਦੇ। ਪਹਿਲਾ ਪੱਖ, ਅਰਦਾਸ 'ਚ ਲੋਭ ਨਾ ਹੋਵੇ। ਹੁਣ ਤੁਹਾਡੇ ਚੋਂ ਕੋਈ ਕਿਰਾਏ ਤੇ ਰਹਿੰਦਾ, ਉਹ 5 ਪਾਠ ਜਪਜੀ ਸਾਹਿਬ ਇਸ ਵਾਸਤੇ ਵੱਧ ਕਰਦਾ ਕਿ ਸਤਿਗੁਰੂ ਆਪਣੀ ਕੁੱਲੀ ਕਦੋਂ ਦਿਓਗੇ? ਮੈਂ 4 ਵਜੇ ਉੱਠਿਆ ਸੀ, ਬੱਤੀ ਜਗਾਈ, ਮਾਲਕ ਮਕਾਨ ਬੋਲਿਆ ਸਾਡੇ ਘਰ ਰਹਿਣਾ ਤੇ ਏਡੀ ਸਵੇਰੇ ਸਵੇਰੇ ਬੱਤੀਆਂ ਨਾ ਜਗਾਇਆ ਕਰੋ। ਸਤਿਗੁਰੂ ਆਪਣੀ ਕੁੱਲੀ ਕਦੋਂ ਦਿਓਗੇ? ਜਿਹਦੀ ਬੱਤੀ ਮੇਰੀ ਮਰਜ਼ੀ ਨਾਲ ਜਗੇ, ਮੇਰੀ ਮਰਜ਼ੀ ਨਾਲ ਬੁਝੇ। ਇਹ ਲੋਭ ਨਹੀਂ, ਇਹ ਜਾਇਜ਼ ਹੈ। ਕੋਈ ਕਿਰਾਏ ਤੇ ਰਹਿੰਦਾ ਹੈ, ਆਪਣੇ ਮਕਾਨ ਲਈ 5 ਪਾਠ ਜਪਜੀ ਸਾਹਿਬ ਵੱਧ ਕਰ ਰਿਹਾ, ਜਾਂ 1 ਪਾਠ ਸੁਖਮਨੀ ਸਾਹਿਬ ਹਫ਼ਤੇ ਬਾਅਦ ਦੇਖ ਕਰਾ ਕੇ ਅਰਦਾਸ ਕਰ ਰਿਹਾ, ਸਤਿਗੁਰੂ ਇਹੋ ਜਿਹੀ ਬਿੱਧ ਬਣਾਓ ਮੇਰੀ ਛੋਟੀ ਜਿਹੀ ਕੁੱਲੀ ਆਪਣੀ ਬਣ ਜੇ। ਇਹ ਜਾਇਜ਼ ਹੈ। ਕੋਈ 100 ਗਜ ਵਿੱਚ ਰਹਿ ਰਿਹਾ, ਕਿਸੇ ਦੇ ਘਰ ਪ੍ਰੋਗਰਾਮ ਤੇ ਗਿਆ, ਉਹਦੀ 250 ਗਜ ਦੀ ਕੋਠੀ ਵੇਖ ਲਈ ਹੈ। ਹੁਣ ਕਹਿੰਦਾ ਮੈਂ ਵੀ 5 ਪਾਠ ਜਪਜੀ ਸਾਹਿਬ ਵਧਾ ਕੇ ਰੋਜ਼ ਬੇਨਤੀਆਂ ਕਰਨੀਆਂ, ਮੇਰੀ 250 ਗਜ ਦੀ ਕਦੋਂ ਬਣੇਗੀ? ਰਹਿੰਦਾ ਪਿਆ 100 ਗਜ 'ਚ ਗੁਜ਼ਾਰਾ ਹੋ ਰਿਹਾ। ਕਿਸੇ ਦੀ 250 ਗਜ ਵੇਖ ਕੇ ਲੋਭ ਆ ਗਿਆ, ਕਹਿੰਦੇ ਆ ਮੰਗ ਸਹੀ ਨਹੀਂ। ਗੁਜ਼ਾਰਾ ਹੋ ਰਿਹਾ, ਤੂੰ ਦੂਜੇ ਨੂੰ ਵੇਖ ਕੇ ਲੋਭ 'ਚ ਆ ਗਿਆ। ਗੱਜ ਕੇ ਆਖੋ ਸਤਿਨਾਮ। ਅਰਦਾਸ ਵਿੱਚ ਲੋਭ ਨਾ ਹੋਵੇ। ਸਾਡੀ ਮੰਗ ਵਿੱਚ ਲੋਭ ਨਾ ਹੋਵੇ, ਫਿਰ ਦੁਖਦਾਈ ਹੈ, ਫਿਰ ਪਹੁੰਚਦੀ ਨਹੀਂ, ਫਿਰ ਅਸੀਂ ਦੁਖੀ ਹੁੰਦੇ। 8ਵੀਂ ਜੁਗਤੀ ਕਹਿੰਦੇ ਅਰਦਾਸ ਕਰਨ ਵੇਲੇ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ। ਅਸੀਂ ਨੇਮ ਕਰ ਰਹੇ ਹਾਂ, ਪਰ ਜਿਹੜੀ ਮੰਗ ਰਹੇ ਹਾਂ ਉਹਦੇ 'ਚ ਕਿਸੇ ਦੂਜੇ ਦਾ ਤੇ ਨਹੀਂ ਬੁਰਾ। ਤੁਸੀਂ ਇੱਕ ਰਾਈਟਰ, ਉਹਨਾਂ ਦਾ ਨਾਂ ਸੁਣਿਆ ਹੋਏਗਾ, ਰਘਬੀਰ ਸਿੰਘ ਬੀਰ। ਬਹੁਤ ਕਿਤਾਬਾਂ ਲਿਖੀਆਂ ਤੇ ਇੰਨੀਆਂ ਕਮਾਲ ਦੀਆਂ ਕਿਤਾਬਾਂ ਨੇ ਉਹਨਾਂ ਦੀਆਂ, ਖੁਰਾਕ ਦੇ ਕੇ ਜਾਂਦੀਆਂ, ਫੀਡ ਦੇ ਕੇ ਜਾਂਦੀਆਂ, ਪ੍ਰਾਪਤੀ ਵੀ ਹੋਈ ਹੈ, ਕਿਸੇ ਮੰਜ਼ਿਲ ਤੱਕ ਪਹੁੰਚੇ ਵੀ। ਅਰਦਾਸ ਦੀ ਕਲਾ, ਹੋਰ ਕਿਤਾਬਾਂ ਉਹਨਾਂ ਦੀਆਂ ਬੜੀਆਂ ਪਿਆਰੀਆਂ। ਉਹਨਾਂ ਨੇ ਇੱਕ ਆਪਣਾ ਅਨੁਭਵ ਲਿਖਿਆ ਹੈ। ਕਹਿੰਦੇ ਮੈਂ ਜਿੱਥੇ ਰਹਿੰਦਾ ਸਾਂ ਤੇ ਨਾਲ ਦੇ ਘਰ ਨਾ 4-5 ਕੁੱਕੜ ਸੀ। ਉਹਨਾਂ ਨੇ ਕਿਤਾਬ 'ਚ ਆਪਣਾ ਨਾ ਬੀਤੀ ਬਾਤ ਲਿਖੀ। ਕਹਿੰਦੇ ਜਦੋਂ ਮੈਂ ਸਵੇਰੇ 4 ਵਜੇ, 4:30 ਵਜੇ, 5 ਵਜੇ ਸਿਮਰਨ 'ਚ ਬਹਿਣਾ ਤੇ ਕੁੱਕੜਾਂ ਨੇ ਰੌਲਾ ਪਾਉਣਾ, ਵਾਂਗਾਂ ਦੇਣੀਆਂ, ਕਦੀ ਕੁਝ ਵਾਂਗਾਂ ਕੁਝ ਕਰਨਾ, ਤੇ ਮੇਰੇ ਸਿਮਰਨ 'ਚ ਵਿਘਨ ਪੈਣਾ। ਵਿਘਨ ਦਿਨ ਬੀਤਦੇ ਗਏ। ਇਹ ਰਘਬੀਰ ਸਿੰਘ ਬੀਰ ਜੀ ਨੇ ਆਪਣੀ ਇੱਕ ਗੱਲ ਲਿਖੀ ਏ, ਸੱਚਾਈ, ਕਿ ਸਾਨੂੰ ਕੁਝ ਮਿਲੇ। ਬਹੁਤ ਭਿੱਜੇ ਹੋਏ ਰਾਈਟਰ ਹੋਏ ਨੇ, ਕੱਟਰ ਨਹੀਂ। ਕਹਿੰਦੇ ਇੱਕ ਦਿਨ ਮੈਂ ਸਿਮਰਨ 'ਚ ਬੈਠਾ, ਹੁਣ ਇੱਕ ਕੁੱਕੜ ਬਾਂਗ ਦੇਵੇ, ਕਦੀ ਦੂਜਾ, ਤੇ ਕਹਿੰਦੇ ਮੇਰੇ ਸਿਮਰਨ 'ਚ ਖਲਲ ਪਵੇ। ਤੇ ਕਹਿੰਦੇ ਮੈਂ ਸਿਮਰਨ ਕਰਦਿਆਂ ਹੀ ਅਰਦਾਸ ਕੀਤੀ, ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਇਹ ਜਿੰਨੇ ਕੁੱਕੜ ਨੇ ਨਾ ਗੁਆਂਢ ਦੇ ਵਿੱਚ ਮੇਰੇ ਸਿਮਰਨ 'ਚ ਖਲਲ ਪਾਉਂਦੇ, ਕਿਰਪਾ ਕਰੋ ਸਾਰੇ ਮਰ ਜਾਣ। ਮੈਂ ਅਰਦਾਸ ਨਿਕਲ ਗਈ ਵੀ ਸਾਰੇ ਮਰ ਜਾਣ। ਹੋ ਕਮਾਈ ਦੇ ਹੈ ਸੀ, ਅੰਮ੍ਰਿਤ ਵੇਲਾ ਸੀ, ਬੰਦਗੀ ਸੀ, ਬਖਸ਼ਿਸ਼ ਸੀ, ਰਾਈਟਰ ਸੀ, ਆਪ ਜਪੋ ਦੀ ਦਾਤ ਵੀ ਸੀ, ਤੇ ਅਵਰਾ ਨਾਮ ਜਪਾਵੋ ਦੀ ਦਾਤ।
ਇਹ ਰਘਬੀਰ ਸਿੰਘ ਵੀਰ ਲਿਖਦੇ ਐ, ਕਹਿੰਦੇ ਅਗਲੇ ਦਿਨ ਚੜਿਆ ਤੇ ਮੈਨੂੰ 2 ਵਜੇ ਕਹਿੰਦੇ ਮੇਰੀ ਘਰਵਾਲੀ ਕਹਿੰਦੀ ਦੁਪਹਿਰੀ 2 ਵਜੇ ਕਹਿੰਦੇ ਨਾਲ ਦਿਆਂ ਦੀ ਬੀਬੀ ਆਈ ਸੀ, ਉਹ ਕਹਿੰਦੀ ਪਤਾ ਨਹੀਂ ਕਿਹੜਾ ਗਲਤ ਦਾਣਾ ਸਾਡੇ ਕੋਲ ਪੈ ਗਿਆ, ਸਾਡੇ ਸਾਰੇ ਕੁੱਕਰ ਮੜ ਗਏ। ਰਘਬੀਰ ਸਿੰਘ ਵੀਰ ਕਹਿੰਦੇ ਮੈਂ ਆਪਣੇ ਆਪ ਨੂੰ ਕੋਸਣ ਲੱਗਾ ਅੱਜ ਤੇਰੇ ਕੋਲੋਂ ਗਲਤ ਅਰਦਾਸ ਹੋ ਗਈ। ਕਹਿੰਦੇ ਮੈਂ ਕੋਸਣ ਲੱਗਾ ਅੱਜ ਤੇਰੇ ਕੋਲੋਂ ਗਲਤ ਅਰਦਾਸ ਹੋ ਗਈ, ਇਹੋ ਜਿਹੀ ਅਰਦਾਸ ਹੋ ਗਈ ਏ ਜਿਹਦੇ ਵਿੱਚ ਕਿਸੇ ਦੂਜੇ ਦਾ ਬੁਰਾ ਹੋ ਗਿਆ। ਉਹ ਧਿਆਨ ਭਾਵੇਂ ਸਹਿ ਸੁਭਾਵੀ ਭਾਵੇਂ ਜਾਣ ਕੇ ਸੰਗਤ ਇਸੇ ਤਰ੍ਹਾਂ ਟਿਕਾਓ ਦੇਣਾ। ਇਹ 8ਵੀਂ ਜੁਗਤੀ ਕੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਮੇਰੇ ਸੱਚੇ ਸਤਿਗੁਰ ਦੀ ਗੁਰਬਾਣੀ ਦੀ ਮੋਹਰ ਲੱਗ ਜੇ। ਇੱਕ ਵਾਰੀ ਵੀਰ ਪੜਿਓ, ਇੱਕ ਵਾਰੀ ਭੈਣਾ ਜੀ। ਪਰ ਕਾ ਬੁਰਾ ਨਾ ਰੱਖੋ ਜੀਤ, ਪਰ ਕਾ ਬੁਰਾ ਨਾ ਰੱਖੋ ਜੀਤ। ਬੋਲੋ ਭੈਣੋ, ਪਰ ਕਾ तुमको दुख नहीं पाई मीत, तुमको दुख नहीं पाई करके भैणो तुमको अठवीं जुगती अरदास ਕਰਨ ਵਿੱਚ ਜਿਹੜੀ ਤੁਹਾਡੀ ਮੰਗ ਹੈ, ਜੋ ਤੁਸੀਂ ਮੰਗ ਰੱਖੀ ਉਹਦੇ 'ਚ ਸੋਚੋ ਕਿਸੇ ਦਾ ਬੁਰਾ ਤਾਂ ਨਹੀਂ ਹੋ ਰਿਹਾ, ਕਿਸੇ ਦਾ ਬੁਰਾ ਤਾਂ ਨਹੀਂ ਮੰਗਿਆ ਜਾ ਰਿਹਾ। 8ਵੀਂ ਜੁਗਤੀ ਗੁਰਬਾਣੀ ਨੇ ਮੰਨਿਆ ਕਿ ਮੈਨੂੰ ਉਹ ਰੂਹਾਂ ਚਾਹੀਦੀਆਂ ਕਿਹੜੀਆਂ ਜੀ, ਪਰਉਪਕਾਰ ਨਿਤ ਚਿੱਤ ਵਧੇ, ਪਰਉਪਕਾਰ ਨਿਤ ਚਿੱਤ ਵਧੇ, ਪਰਉਪਕਾਰ ਨਿਤ ਚਿੱਤ ਵਧੇ, ਕਰਕੇ ਭੈਣੋ ਪਰਉਪ ਨਾਹੀ ਕਿਛ ਕੋਚ, ਨਾਹੀ ਕਿਛ ਕੋਚ, ਨਾਹੀ ਕਿਛ ਕੋਚ, ਨਾਹੀ ਕਿਛ ਕੋਚ। ਜੀ ਜੰਤ ਇਹ ਗੁਰਮੁਖ ਦੀ ਅਵਸਥਾ ਹੈ। ਜੀ ਜੰਤ ਸਭ ਸੁਖ ਵਸੈ, ਵਾਹਿਗੁਰੂ ਸਾਰੇ ਜੀ ਜੰਤ ਸੁਖੀ ਵਸੈ। ਸਭ ਕੇ ਮਨ ਲੋਚ, ਪਰ ਉਪਕਾਰ ਨਿਤ ਚਿਤ ਵਧੇ, ਨਾਹੀ ਕਿਛ ਪੋਚ, ਪਰ ਕਾ ਬੁਰਾ ਨਾ ਰੱਖੋ ਜੀਤ, ਪਰ ਕਾ ਬੁਰਾ ਨਾ ਰੱਖੋ ਜੀਤ। ਬੋਲੋ ਭੈਣੋ ਹਰ ਕਾ। 9ਵੀਂ ਜੁਗਤੀ ਬੜੀ ਪਿਆਰੀ ਜੇ, ਜਿਹੜੇ ਕਰਮ ਪਰੇਸ਼ਾਨ ਕਰਦੇ ਨੇ ਉਹਦੀਆਂ ਚਿੱਠੀਆਂ ਪਿਤਾ ਜੀ ਕੋ ਚਲੀਆਂ। ਅਰਦਾਸ ਕਰਨ ਦੀ 9ਵੀਂ ਜੁਗਤੀ ਕਹਿੰਦੇ ਜਦੋਂ ਵੀ ਗੁਰੂ ਦਾ ਸਿੱਖ ਅਰਦਾਸ ਕਰੇ, ਜਦੋਂ ਵੀ ਅਰਦਾਸ ਕਰੇ ਤੇ ਨਿਆਸਰਾ ਹੋ ਕੇ ਅਰਦਾਸ ਕਰੇ। ਆਖੋ ਸਤਿਨਾਮ, ਨਿਆਸਰਾ ਹੋ ਕੇ। ਬਹੁਤ ਧਿਆਨ ਦੇਣਾ। ਤੁਸੀਂ ਕਿਸੇ ਕਾਰਜ ਲਈ ਅਰਦਾਸ ਕਰ ਰਹੇ ਹੋ ਤੇ ਅੰਦਰ ਹੈਗਾ ਮੇਰੇ ਤੇ ਰਿਸ਼ਤੇਦਾਰ ਵੱਡੇ ਵੱਡੇ ਅਹੁਦਿਆਂ ਤੇ ਹੈ, ਮੈਂ ਮਿਲਾਂ ਤੇ ਕੰਮ ਸਵਾਰਨਾ, ਪਰ ਮੈਂ ਅਰਦਾਸ ਕਰ ਰਿਹਾ, ਅਜੇ ਨਿਆਸਰੇ ਨਹੀਂ ਹੋਏ, ਅੰਦਰ ਆਸਰਾ ਰਿਸ਼ਤੇਦਾਰਾਂ ਦਾ ਵੀ। ਮੇਰੀ ਤੇ ਬੜੀ ਜਮਾਤ ਹੈ, ਸਾਥੀ ਬੜੇ ਹੈ, ਪਰ ਮੈਂ ਤੇ ਮਹਾਂਪੁਰਸ਼ਾਂ ਦੇ ਕਹਿਣ ਤੇ ਨੇਮ ਵਧਾ ਕੇ ਅਰਦਾਸ ਕਰ ਰਿਹਾ। ਜਮਾਤ ਮੇਰੇ ਨਾਲ ਬਹੁਤ ਹੈ, ਚਾਹਵਾਂ ਤੇ ਮੈਂ ਮੱਥਾ ਲਾ ਕੇ ਜਿੱਤ ਕਰ ਸਕਦਾ ਫਲਾਣੇ ਨਾਲ। ਕਹਿੰਦੇ ਅਜੇ ਫਿਰ ਜਮਾਤ ਦਾ ਆਸਰਾ ਹੈ, ਤੂੰ ਨਿਆਸਰਾ ਨਹੀਂ ਹੋਇਆ। ਬੜਾ ਮਾਇਆ ਦਾ ਬਲ ਤੇ ਤੇਰੇ ਅੰਦਰ ਏ, ਸਿਆਣਪ ਦਾ ਬਲ, ਪੜ੍ਹਾਈ ਦਾ ਬਲ,
जमात दा बल, रिश्तेदारी दा बल, ताकत दा बल, वो आवाज फिर पहुंचती ही नहीं। क्यों? ये अजे नियासरा नहीं होया। बड़ी बरीक बात है, बस पकड़ना। गुरु अंगद देव जी कहते सिख दी अरदास विचों ए खुशबू आवे, किस ही कोई कोए मंझ निमाणी। इस तरह नियासरा हो किसी का कोई होएगा ताकत आसरा, किसी का बल, किसी की सियाणप, किसी की रिश्तेदारी, मंझ निमाणी एक। सेवा पंथी महापुरुषों का इस बारे बचन कहते मनुख ते एक पासे रह गया, मनुख जीव ते एक पासे रह गया। ये सेवा पंथी महापुरुष जेड़े भाई कन्हैया जी की टकसाल, उन्होंने सेवा पंथी टकसाल, उन्होंने बचन ने मनुख ते एक पासे रह गया, बेजुबान पशु पंछी भी जदों नियासरे हो के साध संगत सहायता लई पुकारदे ने, अरदास उन्हां दी भी पहुंच जाती है। बेजुबान पशु पंछी भी नियासरे होके जदों पुकारदे, अरदास उन्हां दी। एक बड़ा प्यारा जिक्र है 1354 अंग ते, कहंदे कि हिरनी गर्भवती बच्चियां नूं जन्म देण वाली ते सुती हुई, शिकारी ने उन्होंने वेख लिया ते कहंदा भी जे मैं हिरनी नूं पकड़ना चाहया भज ना जावे, चार पासे तो घेरा पा लिया। वो घेरा लिखिया है, कहंदे एक पासे अग बालती, दूजे पासे जाल लाता, निकले ना। ते जिक्र है कहंदे वो शिकारी कोल एक कुत्ता सी, तीजे बन्ने कुत्ता खुलारता ते चौथे बन्ने तीर लैके आप खलो गया, तीर कमान चारे बन्ने हिरनी दे, इधर जाएगी ते आगे, इधर जाएगी ते जाल है, उधर जाएगी ते ओदा शिकारी कुत्ता है, इधर जाएगी ते वो आप है। वो लिखिया है जिक्र महापुरुषों ने ओदी साखी बना के लिखी पंक्तियां, कहंदे हिरनी दी अख खुल गई ते शिकारी खिड़खड़ा के हसिया, तेरी मौत मेरे हाथ। हुण जदों बंदा एकदम अंबड़ वाए कोई जीव जानवर उठता है ना, वो हिरनी कहंदे जदों अंबड़ वाए उठी इधर नूं भजन लगी ते शिकारी आप जानवर एकदम दूजे बन्ने भजन लगी ते आगे, तीजे पासे भजन लगी ते जाल, चौथे पासे भजन लगी ते शिकारी कुत्ता। ओ हिरनी जिक्र लिखिया है, कहते उस वेले बिल्कुल नियासरी होके बेनती कर लगी विचकार खलो के कि चारे पासियां तो निरंकार मैं घिर गई हां, गर्भवतियां मैनू ते मेरे बच्चियां नू बचा लै, आखो सतनाम। उधरों शिकारी खिड़ खिड़ के हस। ये पंक्तियां ने जिहदी फिर साखी महापुरुषों ने कहते जदों हिरनी ने दोवें पैर चुक के परमेश्वर अगे पुकार की कि चारे पासियां तो घिर गई, नियासरी हो गई, ना उत्तर वाल भज सकदियां, ना दक्षिण वाल, ना पूरब वाल, ना पश्चिम वाल। एक बने शिकारी, एक बने ओदा कुत्ता, एक बने अग, एक बने जाल। परमेश्वर राखी करो, राखी करो। पुकार करन दी देर सी। ये जिक्र लिखिया कहंदे इन्नी तेज नेरी आई, नेरी तो हाथी इन्नी तेज नेरी आई, कहंदे आऊं जाल उड्या ते अग दे उत्ते। ध्यान देखो, एक साइड खाली हो गई, आखो सतनाम। जिस अगे पुकार की कहंदे जमीन चों सप निकलिया, शिकारी दे पैर दे उत्ते डंग मारिया। जदों डंग मारिया ओदे तीर दा निशाना हिल गया, निशाना हिरनी नूं लगना सी, लग गया कुत्ते नूं, शिकारी कुत्ते, ओदी उत्थे मौत हो गई। दूजी साइड खाली। इधर ओदे अपने पैर ते सप ने डंग मारिया ते जदों डिग पिया बेहोश होके तीजी साइड भी खाली। इन्ने नूं कहंदे मींह दियां कणियां आ गईयां, अग भी बुझ गई, चौथी साइड भी खाली। ये गुरु ग्रंथ साहिब पंक्तियां लिखियां, कहंदे कोई नियासरा होके अरदास करे, सृष्टि दा मालक ओ है, कलम ओदे हत्थ विच है, जिन्हों चारे बन्नियां तो घेरा पिया, ओ चाहे ते चारे पासे ओदे खाली कर सकदा है।
ਇਹ ਸੰਸਕ੍ਰਿਤ ਦੀਆਂ ਪੰਕਤੀਆਂ 1354 ਅੰਗ ਤੇ। ਉਹ ਦਾਸ ਵਿੱਚ ਬੋਲੇਗਾ ਗੁਰੂ ਬੁਲਾਵੇ, ਤੇ 75 ਨਾਟਕ ਵਿੱਚ ਥੋੜਾ ਜਿਹਾ ਇਸ ਸਮੇਂ ਨਾਲ ਰਲਦਾ ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਲੋਕ ਹੈ, ਜਿਹੜਾ ਇੱਕ ਵਾਰੀ ਵੀਰ ਪੜਿਓ, ਇੱਕ ਵਾਰੀ ਭੈਣਾਂ ਸਾਰੀਆਂ। ਜਿਸਨੂੰ ਸਾਜਨ ਰਾਖਸੀ, ਓ ਜਿਸਨੂੰ ਸਾਜਨ ਰਾਖਸੀ, ਵਾਹ ਵਾਹ। ਜਿਸਨੂੰ ਸਾਜਨ ਰਾਖਸੀ, ਦੁਸ਼ਮਣ ਕਵਣ ਵਿਚਾਰ, ਛਵੈ ਨਾ ਸਕੇ ਤੇ ਛਾਏ ਕੋ, ਨੇਫਲ ਜਾਏ ਗਵਾਰ। ਜਿਸਨੂੰ ਸਾਜਨ ਰਾਖਸੀ, ਜਿਸਨੂੰ ਸਾਜਨ ਰਾਖਸੀ। ਜਿਹੜੀ ਤੁਸੀਂ ਹਿਰਨੀ ਦੀ ਜ਼ਿਕਰ ਸੁਣਿਆ ਇਹ ਗੁਰੂ ਗ੍ਰੰਥ ਸਾਹਿਬ ਚ। ਮਰਿਗੀ ਪੇਖੰਤ ਬਦਕ ਪ੍ਰਾਹਰੇਨ, ਬਦਕ ਕਹਿੰਦੇ ਸ਼ਿਕਾਰੀ ਨੂੰ। ਉਹਨੇ ਜਦੋਂ ਸ਼ਿਕਾਰੀ ਨੂੰ ਵੇਖਿਆ, ਮ੍ਰਿਗੀ ਪੇਖਤ ਬਦਕ ਪ੍ਰਾਹਰੇਨ, ਲਖੇ ਆਵਦੇ ਕਿਧਰ ਜਾਵਾਂ, ਆਹੋਂ ਜਸ ਰਖੇਨ। ਜਦੋਂ ਉਹਦਾ ਜਸ ਕੀਤਾ, ਉਹਨੂੰ ਪੁਕਾਰ ਕੀਤੀ, ਆਹੋਂ ਜਸੈ ਰਖੇਨ। ਗੋਪਾਲੈ ਨਾਨਕ ਰੋਮ ਨਾ ਛੇਦ ਤੇ, ਨਾਨਕ ਰੋਮ। ਰੋਮ ਕਹਿੰਦੇ ਜਦੋਂ ਕਰਤੇ ਪੁਰਖ ਅੱਗੇ ਨਿਆਸਰੇ ਹੋ ਕੇ ਹਿਰਨੀ ਨੇ ਪੁਕਾਰ ਕੀਤੀ, ਇੱਕ ਰੋਮ ਵੀ ਹਿਰਨੀ ਦਾ ਵਿੰਗਾ ਨਹੀਂ ਹੋਣ ਦਿੱਤਾ, ਇੱਕ ਰੋਮ ਵੀ। ਆਹੋਂ ਜਸੈ ਰਖੇਨ ਗੋਪਾਲੇ, ਨਾਨਕ ਰੋਮ ਨਾ ਛੇਦ ਤੈ। ਜਿਸਨੂੰ ਸਾਜਨ ਰਾਖਸੀ, ਜਿਸਨੂੰ ਸਾਜਨ ਰਾਖਸੀ। ਗੱਜ ਕੇ ਬੋਲੋ ਭੈਣੋ। ਇਹ ਅੱਜ ਵਾਲਾ ਵਿਸ਼ਾ ਬੜਾ ਜ਼ਰੂਰੀ ਹੈ। ਅਰਦਾਸ ਕਰਨ ਦੀ 10ਵੀਂ ਜੁਗਤੀ ਕਹਿੰਦੇ, ਜਿਹਦੇ ਅੱਗੇ ਅਰਦਾਸ ਕਰ ਰਿਹਾ ਉਹਦੇ ਵਾਸਤੇ ਤੇਰੇ ਹਿਰਦੇ 'ਚ ਪਿਆਰ ਹੋਵੇ। ਉਸ ਤਰ੍ਹਾਂ ਸਾਰੀ ਸੰਗਤ ਨੂੰ ਪਤਾ ਹੈ, 10 ਜਾਮਿਆਂ ਤੱਕ ਸਾਡੇ ਸਤਿਗੁਰੂ ਸਰੀਰ 'ਚ ਵਿਚਰੇ। 10ਵੇਂ ਪਾਤਸ਼ਾਹ ਨੇ ਫਿਰ ਅੱਗੋਂ ਸਾਨੂੰ ਲੜ ਲਾਇਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਹੁਤ ਧਿਆਨ ਦੇਣਾ ਜੀ। ਹੁਣ ਮੇਰੇ ਖਿਆਲ 'ਚ ਤੁਸੀਂ ਜਿੰਨੇ ਹੋ, ਜੋ ਸਤਿਗੁਰੂ ਨੇ ਸਾਨੂੰ ਸਮੱਤ ਦਿੱਤੀ ਹੈ ਕਿ ਅੱਜ ਤੋਂ ਬਾਅਦ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਹੈ ਜੀ। ਬਹੁਤ ਧਿਆਨ ਦੇਣਾ। 10 ਪਾਤਸ਼ਾਹੀਆਂ ਨੇ, 10 ਪਾਤਸ਼ਾਹੀਆਂ ਬਾਅਦ ਕਲਗੀਧਰ ਜੀ ਨੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ। ਤੇ ਹੁਣ ਇਸ ਮੌਕੇ ਸਾਡੀ ਅਰਦਾਸ ਤੇ ਫਿਰ ਉਹਨਾਂ ਕੋਲੋਂ ਹੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਅੱਗੇ ਹੁੰਦੀ। ਤੇ ਜੇ ਹੁਣ 10ਵੀਂ ਜੁਗਤੀ ਨਹੀਂ, ਜਿਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਹੈ, ਉਹਨਾਂ ਵਾਸਤੇ ਜੇ ਹਿਰਦੇ ਵਿੱਚ ਪਿਆਰ ਨਹੀਂ, ਕਿਵੇਂ ਪਹੁੰਚੇਗੀ? ਇਸ ਵੇਲੇ ਸਾਰਾ ਪੰਡਾਲ ਝਾਤੀ ਪਾਓ। ਅਰਦਾਸ ਸਾਡੀ ਗੁਰੂ ਗ੍ਰੰਥ ਸਾਹਿਬ ਅੱਗੇ ਇਸ ਵੇਲੇ ਮੌਜੂਦਾ ਸਤਿਗੁਰੂ ਸਾਡੇ, ਉਹਨਾਂ ਵਾਸਤੇ ਹਿਰਦੇ 'ਚ ਪਿਆਰ। 10ਵੀਂ ਜੁਗਤੀ। ਹੁਣ ਕਿਹੜਾ ਕਿਹੜਾ ਇਹੋ ਜਿਹਾ ਸਰੀਰ ਬੈਠਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਲਮਾਰੀਆਂ 'ਚ ਬੰਦ ਕਰਦਾ? ਉਹਦੀ ਅਰਦਾਸ ਕਿਵੇਂ ਸੁਣੀ ਜਾਊ? ਜਿਹਦੇ ਅੱਗੇ ਅਰਦਾਸ ਹੈ ਉਹਦੇ ਹਿਰਦੇ 'ਚ ਪਿਆਰ ਹੀ ਨਹੀਂ, ਅਲਮਾਰੀਆਂ 'ਚ ਬੰਦ। ਕਈ ਜਗ੍ਹਾ ਛੋਟੇ ਜਿਹੇ ਪੀੜੇ ਤੇ ਸੁੱਖ ਆਸਣ, ਵੱਖਰਾ ਸੁੱਖ ਆਸਣ ਬਣਾਇਆ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਅੱਗੇ ਅਰਦਾਸ ਹੈ ਉਹਨਾਂ ਵਾਸਤੇ ਹਿਰਦੇ 'ਚ ਪਿਆਰ ਹੀ ਨਹੀਂ। ਇਹ ਜੁਗਤੀ ਨਹੀਂ ਫਿਰ ਪਹੁੰਚਦੀ। ਇਹ ਨੈਗੇਟਿਵ ਨਕਸ਼ਾ ਵੇਖ ਰਹੇ ਹੋ।
ਤੁਹਾਡੇ ਚ ਕਿਸੇ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਸੁਖ ਆਸਨ ਨਹੀਂ, ਸਮਝ ਲਓ ਅਜੇ ਹਿਰਦੇ ਚ ਪਿਆਰ ਨਹੀਂ। ਜਿਹੜੇ ਤੇ ਸੁਖਾਸਨ ਕਰਦੇ ਹੋ ਸਮਝ ਲਓ ਅਜੇ ਹਿਰਦੇ ਚ ਪਿਆਰ ਨਹੀਂ। ਇਹਨੂੰ ਵਰਕੇ ਸ਼ਾਹੀ ਜਿਲਦ ਸਮਝਦੇ ਆ ਤੇ ਸਮਝ ਲਓ ਅਜੇ ਹਿਰਦੇ ਚ ਪਿਆਰ ਨਹੀਂ। ਭਾਵਨਾ ਨਹੀਂ ਬਣੀ। ਕਾਫੀ ਸਾਲਾਂ ਦੀ ਗੱਲ ਹੈ। ਬਸ ਗਿਆ ਸੀ ਕਿਸੇ ਕੰਮ ਕਰਕੇ ਤੇ ਕੁਦਰਤੀ ਦਾਸ ਨੇ ਪੁੱਛਿਆ ਸੀ ਵੀ ਮਾਤਾ ਜੀ ਕਿੰਨੀ ਜਗ੍ਹਾ 'ਚ ਕੋਠੀ? ਕਹਿੰਦੇ 500 ਗਜ ਵਿੱਚ। ਦਾਸ ਨੇ ਪੁੱਛਿਆ ਕਿੰਨੇ ਕੁ ਕਮਰੇ? ਕਹਿੰਦੇ ਸਾਡੇ ਕੋਠੀ ਵਿੱਚ 17 ਕਮਰੇ। ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕਮਰਾ? ਬੜੇ ਮਾਣ ਨਾਲ ਸਿਰ ਲਾਇਆ, ਹਾਂ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕਮਰਾ। ਮੈਂ ਸਹਿਜ ਸੁਭਾਅ ਪੁੱਛਿਆ ਸੀ ਇਸ਼ਟਮੋਹਨ ਨਗਰ ਦਾ ਜੀ, ਮਾਤਾ ਜੀ ਉਹ ਕਮਰਾ ਕਿੱਥੇ ਹੈ? ਕਹਿੰਦੇ 4ਥੀ ਮੰਜ਼ਿਲ ਤੇ। ਧਿਆਨ ਦੇਣਾ, ਗਰਮੀਆਂ 'ਚ 5 ਮਿੰਟ ਵੀ ਨਹੀਂ ਰੁਕਿਆ ਜਾਂਦਾ। ਸਭ ਤੋਂ ਉੱਤੇ ਕਮਰਾ ਜਿਹੜਾ ਹੋਏਗਾ ਨਾ 5 ਮਿੰਟ ਵੀ ਨਹੀਂ। ਮੈਂ ਕਿਹਾ ਜੀ ਉਹ ਕਮਰਾ ਕਿੱਥੇ ਹੈ ਜੀ? 4ਥੀ ਮੰਜ਼ਿਲ ਤੇ। ਸਹਿਜ ਸੁਭਾਅ ਮੈਂ ਪੁੱਛ, ਮੈਂ ਕਿਹਾ ਜੀ ਪ੍ਰਕਾਸ਼ ਕੌਣ ਕਰਦਾ? ਸੁਖਾਸਨ ਕੌਣ? ਤੁਸੀਂ? ਉਹ ਮਾਤਾ ਦੇ ਲਵੇ ਸੀ, ਮੇਰੇ ਤੇ ਗੋਡੇ ਦਰਦ ਹੁੰਦੇ ਪੁੱਤਰ, ਮੈਂ ਕਿਤੇ ਚੜ ਸਕਦੀ? ਮੈਂ ਕਿਹਾ ਜੀ ਫਿਰ ਤੁਹਾਡੀਆਂ ਨੂੰਹਾਂ ਪ੍ਰਕਾਸ਼ ਕਰਦੀਆਂ ਮਾਤਾ ਜੀ, ਉਹ ਸੁਖਾਸਨ ਕਰਦੀਆਂ? ਕਹਿੰਦੇ ਬੱਚੇ ਛੋਟੇ ਨੇ, ਉਹਨਾਂ ਕੋਲ ਕਿੱਥੇ ਸਮਾਂ ਹੈ? ਯਾਰ ਵੇਖ ਲਿਓ, ਇਹ ਨੈਗੇਟਿਵ ਮੈਂ ਬੋਲ ਰਿਹਾ। ਮੈਂ ਕਿਹਾ ਜੀ ਫਿਰ ਤੁਹਾਡੇ ਪੁੱਤਰ ਕਰਦੇ ਪ੍ਰਕਾਸ਼ ਸੁਖਾਸਨ? ਪੁੱਤਰ ਰਾਤੀ ਲੇਟ ਆਉਂਦੇ ਨੇ ਕੰਮਾਂ ਕਾਰਾਂ ਤੋਂ, ਉਹ ਤੇ 9 ਵਜੇ ਸੁੱਤੇ ਉੱਠਦੇ ਨੇ। ਮੈਂ ਹੈਰਾਨ ਹੋ ਕੇ ਪੁੱਛਿਆ, ਮੈਂ ਕਿਹਾ ਜੀ ਤੁਹਾਡੇ ਗੋਡੇ ਦਰਦ ਹੁੰਦੇ ਆ, ਨੂੰਹਾਂ ਕੋਲ ਬੱਚਿਆਂ ਕਰਕੇ ਸਮਾਂ ਨਹੀਂ, ਮੁੰਡੇ ਤੁਹਾਡੇ ਲੇਟ ਉੱਠਦੇ ਆ, ਤੇ ਪ੍ਰਕਾਸ਼ ਕੌਣ ਕਰਦਾ? ਸੁਖਾਸਨ ਕੌਣ? ਉਹਨਾਂ ਦਾ ਅੱਗੋਂ ਜਵਾਬ ਸੀ, ਅਸੀਂ ਗ੍ਰੰਥੀ ਸਿੰਘ ਜੀ ਰੱਖੇ ਨੇ, ਉਹ ਆਪੇ ਹੀ ਪ੍ਰਕਾਸ਼ ਕਰਾਂਦੇ ਨੇ, ਆਪੇ ਹੀ ਸੁਖਾਸਨ ਕਰਾਂਦੇ ਨੇ, ਅਸੀਂ ਸੰਗਰਾਂਦ ਵਾਲੇ ਦਿਨ ਸਾਰੇ ਮੱਥਾ ਟੇਕਾਂਗੇ। ਹੱਦ ਹੋ ਗਈ। ਦੁਨੀਆ ਨੂੰ ਵਿਖਾਣ ਲਈ ਕਮਰਾ ਬਣਾਇਆ। ਆਖੋ ਸਤਿਨਾਮ। ਮੌਜੂਦਾ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਕੇ ਅਸੀਂ ਅਰਦਾਸ ਕਰਨੀ ਹੈ, ਉਹਨਾਂ ਵਾਸਤੇ ਜੇ ਹਿਰਦੇ 'ਚ ਪਿਆਰ ਹੀ ਨਹੀਂ। ਅੱਜ 11ਵੀਂ ਜੁਗਤੀ ਦੀ ਸੇਵਾ ਲੈਣੀ। ਅਰਦਾਸ ਕਰਨ ਵਿੱਚ ਢੀਠ ਮੰਗਤੇ ਵਾਲਾ ਗੁਣ ਹੋਵੇ, ਕਾਲਾ ਨਾ ਪੈ ਜਾਵੇ। ਆਖੋ ਸਤਿਨਾਮ। ਬਹੁਤ ਧਿਆਨ ਦੇਣਾ। ਢੀਠ ਮੰਗਤਾ ਹੁੰਦਾ ਹੈ। ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਬਾਬਾ ਜੀ 10 ਪਾਤਸ਼ਾਹੀ, ਇਹਦੇ 'ਚ ਇਹ ਨਹੀਂ ਦੱਸਿਆ ਵੀ ਮੰਗਤੇ ਦੀ ਵਡਿਆਈ ਨਹੀਂ। ਗੁਣ ਮਹਾਰਾਜ ਨੇ ਕੁੱਤੇ ਦਾ ਵੀ ਦੱਸਿਆ, ਪਸ਼ੂ ਪੰਛੀਆਂ ਚੋਂ ਵੀ। ਇਹ ਸਾਡੀ ਸਿੱਖੀ ਬਹੁਤ ਪਿਆਰੀ। ਉਸੇ ਤਰ੍ਹਾਂ ਇਹ ਮੰਗਤੇ ਦਾ ਵੀ ਇੱਕ ਗੁਣ ਲਿਆ। ਅਰਦਾਸ ਕਰਨ ਵੇਲੇ ਢੀਠ ਮੰਗਤੇ ਵਾਲਾ ਗੁਣ ਹੋਵੇ, ਕਾਲਾ ਨਾ ਪਵੇ। ਆਖੋ ਸਤਿਨਾਮ। ਕਿਸੇ ਨੂੰ ਨਾ ਸਮਝ ਲੱਗੀ ਹੋਵੇ ਤੇ ਬਾਬਾ ਨੰਦ ਸਿੰਘ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਮੰਗਤਾ ਇੱਕ ਝਟਕੇ ਤੇ ਦਰ ਛੱਡ ਦੇਵੇ। ਤੁਹਾਡੇ ਘਰ ਕੋਈ ਆਉਂਦਾ ਨਾ, ਮਾਫ ਕਰ ਬਾਬਾ ਇਹ ਬਚਨ, ਮੰਗਤਾ ਇੱਕ ਝਟਕੇ ਤੇ ਦਰ ਛੱਡ ਦੇਵੇ ਤੇ ਖਾਲੀ ਰਹਿ ਜਾਂਦਾ, ਢੀਠ ਬਣ ਕੇ ਖੜਾ ਹੋ ਜਾਏ ਤੇ ਦਾਤਾਂ ਲੈ ਜਾਂਦਾ। ਅਰਦਾਸ ਦੀ ਕਲਾ ਭਾਈ ਸੁਖਵੀਰ ਸਿੰਘ ਜੀ ਦੀ ਲਿਖੀ ਕਿਤਾਬ 'ਚ ਉਹਨਾਂ ਇੱਕ ਬਚਨ ਲਿਖਿਆ, ਸਿਦਕਵਾਨ। ਸੁਣਿਓ ਧਿਆਨ। ਸਿਦਕਵਾਨ ਜਦੋਂ ਅਰਦਾਸ ਕਰੇ, ਆ ਤੁਸੀਂ ਤੁਹਾਡਾ ਨਾਮ ਬੀਤਦੀ ਹੈ, ਕਹਿੰਦੇ ਸਿਦਕਵਾਨ ਜਦੋਂ ਅਰਦਾਸ ਕਰੇ ਤੇ ਪੂਰੇ ਸਬਰ ਤੇ ਸੰਤੋਖ ਨਾਲ ਪੂਰੀ ਹੋਣ ਦੀ ਉਡੀਕ ਕਰੇ, ਕਾਲਾ ਨਾ ਪਵੇ। ਆਖੋ ਸਤਿਨਾਮ। ਤੁਹਾਡੀ ਕੌਮ ਦੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਦਾ ਮੈਂ ਇੱਕ ਬਚਨ ਸੁਣਿਆ ਅਰਦਾਸ ਬਾਰੇ। ਕਹਿੰਦੇ ਗੁਰੂ ਦਾ ਦਰਵਾਜ਼ਾ ਮੱਲ ਕੇ ਬਹਿ ਜਾ, ਇੱਕ ਦਿਨ ਖੈਰ ਜ਼ਰੂਰ ਪਏਗੀ। ਆਖੋ ਸਤਿਨਾਮ। ਭਾਈ ਵੀਰ ਸਿੰਘ ਜੀ ਕਹਿੰਦੇ ਸਿੱਖ ਵਿੱਚ 3 ਗੁਣ ਹੋਣ
ਅਨੰਤ ਇੰਤਜ਼ਾਰ, ਅਨੰਤ ਪਿਆਰ, ਅਨੰਤ ਦਿਆਰ। ਆਖੋ ਸਤਿਨਾਮ। ਇੱਕ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਦਾਸ ਨੇ ਬਚਨ ਪੜ੍ਹੇ। ਉਹ ਕਹਿੰਦੇ ਸਿੱਖ ਦਾ ਪਿਆਰ ਗੁਰੂ ਨਾਲ ਭਿਖਾਰੀ ਵਰਗਾ ਹੋਵੇ, ਸਿੱਖ ਦਾ ਪਿਆਰ ਗੁਰੂ ਨਾਲ ਕੁੱਤੇ ਵਰਗਾ ਹੋਵੇ। ਸੁਣਿਓ, ਸਿੱਖ ਦਾ ਪਿਆਰ ਗੁਰੂ ਨਾਲ ਪੈਰ ਦੀ ਜੁੱਤੀ ਵਰਗਾ ਹੋਵੇ। ਫਿਰ ਉਹਨਾਂ ਨੇ ਦਲੀਲ ਦਿੱਤੀ। ਭਿਖਾਰੀ ਦੀ ਤੁਸੀਂ ਸੁਣੀ ਲਈ ਹੈ, ਢੀਠ ਹੋ ਕੇ ਬਹਿ ਜਾਏ, ਮੰਨ ਲਵੇ ਬੂਆ। ਤੇ ਸਿੱਖ ਦਾ ਪਿਆਰ ਗੁਰੂ ਨਾਲ ਕੁੱਤੇ ਵਰਗਾ। ਹੋਏ ਹੋਏ ਤੁਸੀਂ ਕਦੀ ਨੋਟ ਕਰੋ, ਕੁੱਤਾ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਇੰਨਾ ਪਿਆਰ ਨਹੀਂ ਕਰਦਾ ਜਿੰਨਾ ਵਫਾਦਾਰ ਮਾਲਕ ਪ੍ਰਤੀ। ਭਾਈ ਗੁਰਦਾਸ ਜੀ ਲਿਖਦੇ, ਕਹਿੰਦੇ ਮਾਲਕ ਟੁੱਕਰ ਪਾ ਦੇ ਤੇ ਭਾਵੇਂ ਸੋਟਾ ਲੈ ਕੇ ਪੈ ਜਾਵੇ, ਕਿਉਂ ਭੌਂਕਦਾ ਪਿਆ, ਤੇ ਭਾਵੇਂ ਟੁੱਕਰ ਪਾ ਦੇਵੇ, ਡਰ ਨਹੀਂ ਛੱਡਦਾ। ਆਖੋ ਸਤਿਨਾਮ। ਤੇ ਇਸੇ ਤਰ੍ਹਾਂ ਪੈਰ ਦੀ ਜੁੱਤੀ ਦੀ ਮਿਸਾਲ ਦਿੱਤੀ ਹੈ। ਕਹਿੰਦੇ ਮਾਲਕ ਅੰਦਰ ਲਾ ਦੇਵੇ, ਬਾਹਰ ਲਾ ਦੇਵੇ, ਕਿਤੇ ਲਾ ਦੇਵੇ, ਹਰ ਵੇਲੇ ਉਡੀਕਦੀ ਏ ਕਦੋਂ ਮਾਲਕ ਆਏਗਾ, ਮੇਰੇ 'ਚ ਪੈਰ ਪਾਏਗਾ। ਆਖੋ ਸਤਿਨਾਮ। ਸਿੱਖ ਦਾ ਐਸਾ ਪਿਆਰ। 11ਵੀਂ ਜੁਗਤੀ ਅਰਦਾਸ ਕਰਨ ਵਿੱਚ ਢੀਠ ਮੰਗਤੇ ਵਾਲਾ ਗੁਣ ਹੋਵੇ, ਕਾਲਾ ਨਾ ਪਵੇ। ਅੱਜ ਮੰਗਿਆ 4 ਦਿਨ ਹੋਏ, ਪੂਰੀ ਨਹੀਂ ਹੋਈ, ਚੱਲ ਦੂਜਾ ਬੂਆ। ਕਹਿੰਦੇ ਇਹੋ ਜਿਹਾ ਭਟਕ ਜਾਏਗਾ, ਪਤਾ ਨਹੀਂ ਕਈ ਜਨਮ ਵਾਰੀ ਨਾ ਆਵੇ। ਢੀਠ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਬੂਆ ਮੱਲ ਲੈ। ਗੁਰੂ ਗ੍ਰੰਥ ਸਾਹਿਬ ਚੋਂ ਪੰਕਤੀਆਂ 11ਵੀਂ ਜੁਗਤੀ ਦੀਆਂ ਕਿ ਮੋਹਰ ਲੱਗ ਜੀ। ਦਰ ਕਦੇ ਨਾ ਛੋੜੇ, ਸਾਡੀ ਦਰ ਪ੍ਰਭੂ ਮੰਗਣਾ, ਦਰ ਕਦੇ ਨਾ ਛੋੜੇ। ਨਾਨਕ ਮਨ ਤਨ ਚਾਓ ਇਹੋ, ਨਿਤ ਪ੍ਰਭ ਕੋ ਲੋੜੇ। ਸਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। 12ਵੀਂ ਜੁਗਤੀ ਇਹ ਥੋੜੀ ਜਿਹੀ ਉੱਚੀ ਏ ਅਵਸਥਾ ਵਿੱਚ। 12ਵੀਂ ਜੁਗਤੀ ਦੁਨਿਆਵੀ ਦਾਤਾਂ ਦੇ ਨਾਲ ਨਾਲ ਉੱਤਮ ਮੰਗ ਲਈ ਵੀ ਅਰਦਾਸ ਕਰੇ। ਆਖੋ ਸਤਿਨਾਮ। ਸਾਰੀ ਜ਼ਿੰਦਗੀ ਇਹ ਨਾ ਹੋਵੇ ਦੁਨਿਆਵੀ ਦਾਤਾਂ ਮੰਗਦਿਆਂ ਬੀਤ ਜਾਏ, ਕਿਤੇ ਉੱਤਮ ਮੰਗ ਲਈ ਵੀ ਅਰਦਾਸ ਹੋਵੇ। ਇਹਨੂੰ ਨਰਮ ਕੀਤਾ ਵੀ ਦੁਨਿਆਵੀ ਦਾਤਾਂ ਦੇ ਨਾਲ ਨਾਲ ਦੁਨਿਆਵੀ ਵੀ ਮੰਗ ਲੈ, ਪਰ ਨਾਲ ਨਾਲ ਉੱਤਮ ਮੰਗ ਵੀ, ਉਹਦੀ ਵੀ ਭੁੱਖ ਲੱਗੇ, ਉਹਦੀ ਵੀ ਅਰਦਾਸ ਹੋਵੇ। ਕਿਸੇ ਨੂੰ ਸਮਝ ਨਾ ਲੱਗੀ ਹੋਵੇ, ਇਹ ਮੇਰੀ ਲਾਈਫ 'ਚ ਬੀਤੀ ਗੱਲ ਹੈ। ਉਹ ਸਰੀਰ ਲੁਧਿਆਣੇ ਦਾ ਤੇ ਜਿਵੇਂ ਵੀ ਚਲੋ ਸਤਿਕਾਰ ਮਿਲ ਜਾਂਦਾ ਹੈ ਗੁਰੂ ਨਾਨਕ ਦੇ ਕੀਰਤਨ ਨੂੰ। ਉਹ ਸਰੀਰ ਨੇ ਆਖਿਆ ਸੀ ਫਲਾਣਾ ਨੁਕਸੇ ਸਿਹਤ ਵਿੱਚ, ਸਿਹਤ ਠੀਕ ਨਹੀਂ ਰਹਿੰਦੀ, ਕੋਈ ਨੇਮ ਦੱਸੋ। ਉਹਨੂੰ ਨੇਮ ਦੱਸਿਆ, ਇੰਝ ਅਰਦਾਸ ਕਰ, ਐ ਨੇਮ ਕਰ। 2-2.5 ਮਹੀਨੇ ਬਾਅਦ ਰਾਜੀ ਹੋ ਗਿਆ। ਹੁਣ ਰਾਜੀ ਹੋ ਗਿਆ, ਮਾਰ ਲੈ ਚੌਂਕੜਾ, ਹੁਣ ਉੱਤਮ। ਇਹ ਬੀਤੀ ਬਾਤ ਹੈ ਮੇਰੀ ਲਾਈਫ। ਉਹ ਰਾਜੀ ਹੋਣ ਤੋਂ ਬਾਅਦ ਉਹਦਾ ਸਵਾਲ ਸੀ, ਕਿਰਾਏ ਤੇ ਰਹਿੰਦੇ ਆ, ਕੋਈ ਇਹੋ ਜਿਹਾ ਨੇਮ ਦਿਓ ਆਪਣਾ ਮਕਾਨ ਬਣ ਜਾਏ। ਇਹ ਪਤਾ ਨਹੀਂ ਕੁਦਰਤ ਵੱਲੋਂ ਵੀ ਕੋਈ ਨੇਮ ਜਿਹੜਾ ਉਹਨੇ ਕੀਤਾ ਤੇ ਬਾਣੀ ਦੀ ਕਿਰਪਾ ਹੋ ਗਈ। ਲੁਧਿਆਣੇ ਦੇ ਵਿੱਚ 100 ਗਜ ਦਾ ਮਕਾਨ। 8-10 ਮਹੀਨੇ, ਸਾਲ, 1.5 ਸਾਲ ਬਾਅਦ ਮੇਲ ਹੋਇਆ ਜੀ।
ਕਿਰਪਾ ਹੋ ਗਈ, ਮਕਾਨ। ਹੁਣ ਇਹੋ ਜਿਹਾ ਨੇਮ ਦਿਓ ਮੁੰਡੇ ਦਾ ਵਿਆਹ ਹੋ ਜਾਏ, ਹੱਦ ਹੋ ਗਈ, ਮੁੱਕਦਾ ਹੀ ਨਹੀਂ ਵਿਆਹ। ਨੇਮ ਦਿੱਤਾ ਗਿਆ, ਵਿਆਹ ਵੀ ਹੋ ਗਿਆ, ਸ਼ਾਦੀ ਵੀ ਹੋ ਗਈ। ਹੁਣ 3 4 5 ਮਹੀਨੇ ਬਾਅਦ ਜੀ ਕੋਈ ਇਹੋ ਜਿਹਾ ਨੇਮ ਦਿਓ ਬਸ ਪੋਤਰਾ ਹੋ ਜਾਏ, ਅੱਗੋਂ ਉਹਦੇ ਬੱਚਾ ਹੋ ਜਾਏ, ਬਸ ਫਿਰ ਮੈਂ ਫਰੀ ਹਾਂ। ਆਖੋ ਸਤਨਾਮ। ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਜੇ, ਪੋਤਰਾ ਵੀ ਹੋ ਗਿਆ। 8-10 ਮਹੀਨੇ ਬੀਤੇ ਤੇ ਉਹਦਾ ਅਗਲਾ ਸਵਾਲ ਸੀ, ਕਹਿੰਦੇ ਮਕਾਨ ਨਾ 100 ਗਜ ਦਾ ਛੋਟਾ ਹੈ, ਕੋਈ ਇਹੋ ਜਿਹਾ ਨੇਮ ਦਿਓ 200 ਗਜ ਦਾ ਬਣ ਜਾਏ। ਮੈਂ ਮਨ ਚ ਆਖਿਆ, ਮੈਂ ਕਿਹਾ ਵੇਖ ਲਓ 60 ਤੋਂ ਉੱਤੇ ਉਸ ਸਰੀਰ ਦੀ ਉਮਰ ਬੀਤ ਗਈ, ਪਰ ਅਰਦਾਸਾਂ ਦੁਨਿਆਵੀ ਹੀ ਰਹੀਆਂ। ਦੁਨਿਆਵੀ ਵੀ ਇੱਥੋਂ ਹੀ ਮੰਗਣੀ ਹੈ, ਕਿੱਥੇ ਜਾਵਾਂਗੇ? ਪਰ ਇੰਨਾ ਕਿਤੇ ਖਾਨਾ ਰੱਖ 10-20 ਪੈਸੇ ਕਿ ਦੁਨਿਆਵੀ ਦੇ ਨਾਲ ਨਾਲ ਉੱਤਮ ਮੰਗ ਦੀ ਵੀ ਅਰਦਾਸ। ਗੱਜ ਕੇ ਆਖੋ ਸਤਨਾਮ। ਉੱਤਮ ਮੰਗ ਦੀ। ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਆਪ ਜੀ ਨੂੰ ਵਚਨ ਕਰ ਰਿਹਾ ਜੀ। ਰਾਏ ਬਰੇਲੀ ਦਾ ਪਰਿਵਾਰ ਰਾਏ ਬਰੇਲੀ ਤੋਂ ਹਰ ਸੰਗਰਾਂਦ ਨੂੰ ਅੰਮ੍ਰਿਤਸਰ ਦਰਸ਼ਨ ਕਰਨ ਆਣਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ 3 ਦਿਨ ਲੱਗ ਜਾਣੇ ਆਣ ਜਾਣ, ਤੇ ਇੱਥੇ ਵਿੱਚ ਉਹ 3 ਦਿਨਾਂ ਵਿੱਚ ਸਿਮਰਨ ਨਹੀਂ ਛੱਡਣਾ, ਜਪਜੀ ਸਾਹਿਬ ਨਹੀਂ ਛੱਡਣੀ। ਤੇ ਉਹ 3 ਦਿਨ ਲਾਉਣ ਦੇ ਪਿੱਛੇ ਮੰਗ ਇੱਕੋ ਹੀ ਹੁੰਦੀ ਸੀ, ਸਾਡੇ ਸਾਰੇ ਪਰਿਵਾਰ ਦਾ ਅੰਮ੍ਰਿਤ ਵੇਲਾ ਬਣ ਜਾਏ। ਇਹਨੂੰ ਕੀ ਕਹੋਗੇ ਕਿ ਉਹ ਪਰਿਵਾਰ ਨੂੰ ਇੰਨੀ ਪਕੜ ਆ ਗਈ ਹੈ ਕਿ ਦੁਨਿਆਵੀ ਦਾਤਾਂ ਦੇ ਨਾਲ ਨਾਲ ਉੱਤਮ ਮੰਗਣੀ ਉਹ ਨਾ ਭੁੱਲ ਜਾਵੇ। ਆਖੋ ਸਤਨਾਮ। 12ਵੀਂ ਜੁਗਤੀ ਦੁਨਿਆਵੀ ਦਾਤਾਂ ਦੇ ਨਾਲ ਨਾਲ ਉੱਤਮ ਮੰਗ ਲਈ ਵੀ ਅਰਦਾਸ ਕਰੇ, ਉਹ ਅਸਲੀ ਮੰਗ ਰਹੀ ਨਾ ਜਾਏ। ਇਹਨੂੰ ਗੁਰਬਾਣੀ 'ਚ ਕਿਵੇਂ ਕਿਹਾ? ਮੰਗ ਨਾ ਮੰਗਨ ਨਿਕਾ, ਮੰਗ ਨਾ ਮੰਗਣ ਨੀਵਾ, ਮੰਗ ਨਾ ਮੰਗਣ ਨੀਵਾ, ਮੰਗ ਨਾ ਮੰਗਣ ਨੀਵਾ। ਭੈਣੋ ਗਾਇ ਕੇ ਮੰਗਣਾ ਹਰ ਜਸ ਗੁਰ ਤੇ ਮੰਗਣਾ, ਹਰ ਜਸ ਗੁਰ ਤੇ ਮੰਗਣਾ। ਬੋਲੋ ਭੈਣੋ। ਇਹ ਰਘਵੀਰ ਸਿੰਘ ਵੀਰ ਰਾਈਟਰ, ਬੜੇ ਪਿਆਰ ਵਾਲੇ। ਇਹਨਾਂ ਦਾ ਬਚਨ ਹੈ ਕਿਤਾਬਾਂ 'ਚ 12ਵੀਂ ਜੁਗਤੀ ਬਾਰੇ। ਕਹਿੰਦੇ ਆਤਮਕ ਤਰੱਕੀ ਲਈ ਧਿਆਨ ਦੇਣਾ। ਆ ਸਾਡੇ ਅੰਦਰ ਇੱਕ ਆਤਮਾ ਹੈ, ਉਹਦੀ ਤਰੱਕੀ ਉਹ ਰੁਕੀ ਤਾਂ ਨਹੀਂ ਪਈ। ਉਹਨਾਂ ਦਾ ਬਚਨ ਹੈ, ਕਹਿੰਦੇ ਆਤਮਕ ਤਰੱਕੀ ਲਈ ਬੇਨਤੀ ਕਰਨੀ ਉੱਤਮ ਮੰਗੇ। ਤੇ ਜਿਉਂ-ਜਿਉਂ ਬੰਦੇ ਦੀ ਆਤਮਕ ਤਰੱਕੀ ਹੁੰਦੀ ਹੈ, ਅਸਲੀ ਸੁੱਖ ਤੇ ਸ਼ਾਂਤੀ ਉਦੋਂ ਮਿਲਦੀ ਹੈ। ਗੱਜ ਕੇ ਆਖੋ ਸਤਨਾਮ। 12ਵੀਂ ਜੁਗਤੀ ਬਾਰੇ ਉਹਨਾਂ ਦਾ ਬਚਨ ਭਾਈ ਵੀਰ ਸਿੰਘ ਜੀ ਦਾ, ਕਹਿੰਦੇ ਗੁਰੂ ਕੋਲੋਂ ਨੇਕ ਕੰਮ ਕਰਨ ਦੀ ਹਿੰਮਤ ਮੰਗਣੀ, ਇਹ ਵੀ ਉੱਤਮ ਮੰਗੇ। ਬਾਬਾ ਨੰਦ ਸਿੰਘ ਜੀ ਦੇ 12ਵੀਂ ਜੁਗਤੀ ਬਾਰੇ ਬਚਨ ਨੇ, ਕਹਿੰਦੇ ਗੁਰੂ ਨੂੰ ਮੰਗ ਲੈ, ਗੁਰੂ ਨੂੰ ਮੰਗ ਲੈ, ਇਹ ਉੱਤਮ ਮੰਗੇ। ਦੁੱਧ ਮੰਗੇਗਾ, ਬਾਬਾ ਜੀ ਦਾ ਬਚਨ, ਦੁੱਧ ਮੰਗੇਗਾ ਮੁੱਕ ਜਾਏਗਾ, ਮਾਂ ਮੰਗ ਲੈ, ਮਾਂ ਮੰਗ ਲੈ, ਦੁੱਧ ਮੁੱਕੇਗਾ ਨਹੀਂ। ਫਲ ਮੰਗੇਗਾ ਮੁੱਕ ਜਾਏਗਾ, ਦਰਖਤ ਮੰਗ ਲੈ, ਫਲ ਵੀ ਮਿਲ ਜਾਏਗਾ, ਫੁੱਲ ਵੀ ਮਿਲ ਜਾਣਗੇ, ਪੱਤੇ ਵੀ ਮਿਲ ਜਾਣਗੇ, ਛਾਂ ਵੀ ਮਿਲ ਜਾਏਗੀ। ਕਦੀ ਕਦੀ ਉੱਤਮ ਮੰਗ, ਦਰਖਤ ਹੀ ਮੰਗ ਲੈ, ਮਾਂ ਹੀ ਮੰਗ ਲੈ, ਕਿਹਦੇ ਨਾਲ ਤੋਲਣਾ? ਵੀ ਗੁਰੂ ਨੂੰ ਮੰਗ ਲੈ, ਇਹ ਉੱਤਮ ਮੰਗੇ। ਅਰਦਾਸ ਦਾ
ਉਹਦੇ ਦਰ ਤੇ ਪਹੁੰਚ ਜਾਵੇ। ਇਹਦੀਆਂ 12 ਜੁਗਤੀਆਂ ਆਪ ਜੀ ਨੇ ਸੇਵਾ ਲਈ ਏ। ਅੱਜ 13ਵੀਂ ਦੀ ਵਾਰੀ ਏ। ਕੁਝ ਨਵੇਂ ਆਏ ਹੁੰਦੇ ਨੇ, ਉਹ 12 ਜੁਗਤੀਆਂ ਇੱਕ ਵਾਰੀ ਬੋਲ ਕੇ ਮਹਾਰਾਜ 13ਵੀਂ ਦੀ ਅੱਜ ਸੇਵਾ ਲੈਣ ਤੇ ਸੰਪੂਰਨਤਾ ਇਹ ਪ੍ਰਕਰਨ ਕਰਵਾਉਣ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਤੁਸੀਂ ਜਿਸ ਕੰਮ ਲਈ ਅਰਦਾਸ ਕਰ ਰਹੇ ਹੋ, 51 ਪਾਠ ਸੁਖਮਨੀ ਸਾਹਿਬ ਕੀਤੇ ਹੈ ਜਾਂ 101 ਜਪਜੀ ਸਾਹਿਬ ਕੀਤੇ ਹੈ, ਕੁਝ ਵੀ ਨੇਮ ਕੀਤਾ ਹੈ, ਅਰਦਾਸ ਕਦੀ ਇਹ ਨਹੀਂ ਕਹਿਣਾ ਮਹਾਰਾਜ ਮੈਂ ਇੰਨੇ ਪਾਠ ਕੀਤੇ ਨੇ। ਜੇ ਇਹ ਕਹਿ ਦਿਓਗੇ ਗੁਰੂ ਗੋਬਿੰਦ ਸਿੰਘ ਦੀ ਟੇਬਲ ਤੇ ਤੁਹਾਡੀ ਅਰਜੀ ਲੱਗਣੀ ਨਹੀਂ। ਉਹ ਕਹਾਂਗਾ ਅਰਜੀ ਨਹੀਂ ਕੰਪਿਊਟਰ ਚੁੱਕਦਾ ਪਿਤਾ ਜੀ ਦਾ। ਇਹ ਪਹਿਲੀ ਜੁਗਤੀ ਅਰਦਾਸ ਵਿੱਚ ਕਹਿਣਾ ਸਤਿਗੁਰੂ ਇੰਨੇ ਪਾਠਾਂ ਦੀ ਮੇਰੀ ਗਰੀਬਣੀ ਕੋਲੋਂ ਆਪ ਜੀ ਨੇ ਸੇਵਾ ਲਈ ਹੈ, ਕੀਤੇ ਨਹੀਂ ਸੇਵਾ ਲਈ ਹੈ। ਅਰਦਾਸ ਦੀ ਦੂਜੀ ਜੁਗਤੀ, ਵਿਸ਼ੇਸ਼ ਅਰਦਾਸ ਕਰਨੀ ਹੋਵੇ ਤੇ ਖਾਲੀ ਹੱਥ ਨਹੀਂ, ਦੇਗ ਲੈ ਕੇ ਜਾਂ ਕੁਝ ਪ੍ਰਸ਼ਾਦ ਜਾਂ ਕੌਡੀ ਵੀ ਹੋ ਜੇ ਭਾਵੇਂ। ਤੀਸਰੀ ਜੁਗਤੀ, ਜੇ ਕਿਸੇ ਸੁਸਾਇਟੀ ਦੇ ਤੁਸੀਂ ਅਹੁਦੇਦਾਰ ਬਣ ਜਾਓ ਤੇ ਕਿਸੇ ਦੀ ਅਰਦਾਸ ਕਰਨੀ ਪਵੇ ਤੇ ਉਹਦਾ ਨਾਂ ਲੈ ਕੇ ਕਰਨੀ ਹੈ। ਫਲਾਣਾ ਸਿੰਘ ਬੇਨਤੀ ਕਰਦੇ ਨੇ ਮਹਾਰਾਜ, ਆਪਣੇ ਵੱਲੋਂ ਨਹੀਂ, ਜੇ ਆਪਣੇ ਵੱਲੋਂ ਤੇ ਫਿਰ ਭਾਰ ਪੈਣ ਦਾ ਡਰ ਹੋ ਜਾਏ। ਅਰਦਾਸ ਕਰਨ ਦੀ ਚੌਥੀ ਜੁਗਤੀ, ਅਰਦਾਸ ਕਰਨ ਵਿੱਚ ਅੱਤ ਦੀ ਨਿਮਰਤਾ ਹੋਵੇ। ਅਰਦਾਸ ਕਰਨ ਦੀ ਪੰਜਵੀਂ ਜੁਗਤੀ, ਅਰਦਾਸ ਇੱਕ ਅੱਗੇ ਹੋਵੇ। ਅਰਦਾਸ ਕਰਨ ਦੀ ਛੇਵੀਂ ਜੁਗਤੀ, ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਉਹਦੀ ਸਮਰੱਥਾ ਤੇ ਵਿਸ਼ਵਾਸ ਹੋਵੇ ਕਿ ਜਿਹਦੇ ਅੱਗੇ ਮੈਂ ਜੋਦੜੀ ਕਰ ਰਿਹਾ ਹਾਂ ਉਹ ਸਮਰੱਥ ਝੋਲੀ ਭਰਨ ਦੇ। ਆਖੋ ਸਤਿਨਾਮ। ਅਰਦਾਸ ਕਰਨ ਦੀ ਸੱਤਵੀਂ ਜੁਗਤੀ, ਜਿਹੜੀ ਤੁਸੀਂ ਮੰਗ ਰੱਖ ਰਹੇ ਹੋ ਜ਼ਰੂਰੀ ਹੋਵੇ ਉਹਦੇ ਵਿੱਚ ਲੋਭ ਨਾ ਹੋਵੇ, ਲਾਲਚ ਨਾ ਹੋਵੇ, ਲੋਭ ਨਾ ਹੋਵੇ। ਅਰਦਾਸ ਕਰਨ ਦੀ ਅੱਠਵੀਂ ਜੁਗਤੀ, ਜਿਹੜੀ ਕੋਈ ਮੰਗ ਰਹੇ ਹੋ ਉਹਦੇ ਵਿੱਚ ਕਿਸੇ ਦਾ ਬੁਰਾ ਨਾ ਹੋਵੇ। ਆਖੋ ਸਤਿਨਾਮ। ਅਰਦਾਸ ਕਰਨ ਦੀ ਨੌਵੀਂ ਜੁਗਤੀ, ਨਿਆਸਰਾ ਹੋ ਕੇ ਅਰਦਾਸ ਕਰੇ। ਆਖੋ ਸਤਿਨਾਮ। ਬਿਲਕੁਲ ਨਿਆਸਰਾ ਹੋ ਜਾਏ। ਗੁਰੂ ਰਾਮਦਾਸ ਸੰਭਾਲ ਲੈ, ਜਦੋਂ ਨਿਆਸਰੇ ਹੋ ਜਾਓਗੇ ਪਹੁੰਚ ਜਾਏਗੀ। ਅਰਦਾਸ ਕਰਨ ਦੀ 10ਵੀਂ ਜੁਗਤੀ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ ਉਹਦੇ ਵਾਸਤੇ ਹਿਰਦੇ 'ਚ ਪਿਆਰ ਹੋਵੇ। ਪਿਆਰ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ ਤੇ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਅਲਮਾਰੀ 'ਚ ਬੰਦ ਹੋਣ, ਉਹਦੇ ਲਈ ਪਿਆਰ ਹੋਵੇ। ਪਲੰਗ ਗੱਜ ਕੇ ਆਖੋ ਸਤਿਨਾਮ। ਅਰਦਾਸ ਕਰਨ ਦੀ 11ਵੀਂ ਜੁਗਤੀ, ਅਰਦਾਸ ਕਹਿੰਦੇ ਢੀਠ ਮੰਗਤੇ ਵਾਲਾ ਅਰਦਾਸ ਕਰਨ 'ਚ ਗੁਣ ਹੋਵੇ। ਢੀਠ ਮੰਗਤੇ ਵਾਲਾ ਕਾਲਾ ਨਾ ਪਵੇ। ਅਰਦਾਸ ਕਰਨ ਦੀ 12ਵੀਂ ਜੁਗਤੀ, ਦੁਨਿਆਵੀ ਦਾਤਾਂ ਦੇ ਨਾਲ ਨਾਲ ਉੱਤਮ ਮੰਗ ਲਈ ਵੀ ਅਰਦਾਸ ਕਰੇ। ਤੇ ਅੱਜ 13ਵੀਂ ਜੁਗਤੀ, ਇਹ ਬੜੀ ਅਜੀਬ ਜੀ ਹੈ। 13ਵੀਂ ਜੁਗਤੀ ਕਹਿੰਦੇ ਅਰਦਾਸ ਤੁਹਾਡੀ ਸੁਣੀ ਗਈ, ਪੂਰੀ ਹੋ ਗਈ, ਝੋਲੀ ਭਰ ਗਈ। ਇਹਨੂੰ ਉਲਟੀ ਕੰਮ ਹੋ ਗਿਆ। ਲਾਸਟ ਜੁਗਤੀ ਹੈ, ਕਹਿੰਦੇ ਅਰਦਾਸ ਪੂਰੀ ਹੋਣ ਤੇ ਮਾਣ ਨਾ ਕਰੇ। ਜੇ ਚਾਹੁੰਦਾ ਨਾ ਵੀ ਉਹ ਚੀਜ਼ ਸੰਭਾਲੀ ਰਵੇ, ਹੁਣ ਜਿਹੜੀ ਗੁਰੂ ਨੇ ਝੋਲੀ 'ਚ ਪਾਤੀ ਹੈ। 13ਵੀਂ ਜੁਗਤੀ, ਅਰਦਾਸ ਪੂਰੀ ਹੋਣ ਤੇ ਮਾਣ ਨਾ ਕਰੇ, ਸਗੋਂ ਨੇਮ ਵਧਾ ਕੇ ਸ਼ੁਕਰਾਨਾ ਕਰੇ। ਮੈਂ ਆਪਣੀ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਇੱਕ ਨਹੀਂ ਹਜ਼ਾਰਾਂ ਤਜਰਬੇ। ਇੱਕ ਬੱਚੀ ਦੀ ਤਰਨ ਤਾਰਨ ਦੇ ਸਰੋਵਰ ਰਾਹੀਂ, ਸੁਖਮਨੀ ਸਾਹਿਬ ਰਾਹੀਂ, ਅਰਦਾਸਾਂ ਰਾਹੀਂ ਫੁਲਵੈਰੀ ਰਾਜੀ ਹੋਈ ਸੀ। ਹੁਣ ਜਦੋਂ ਰਾਜੀ ਹੋ ਗਈ, ਬਸ ਉਹਨੂੰ ਅੱਗੋਂ ਕਵਰ ਕਰਨ ਦੀ, ਅੱਜ ਜਿਹੜੀ 13ਵੀਂ ਜੁਗਤੀ, ਕਵਰ ਕਰਨ ਦੀ ਜਾਚ ਨਹੀਂ ਆਈ। ਇੰਨਾ ਕੁ ਉਹਦਾ ਮਾਣ ਕਰ ਲਿਆ ਉਹਨੇ ਬੱਚੀ ਨੇ। ਇਹ ਮੈਂ ਬੀਤੀਆਂ ਗੱਲਾਂ ਦੱਸ, 15-20 ਦਿਨ ਬਾਅਦ ਕਦੀ ਇੱਕ ਨੂੰ ਦੱਸ, ਕਦੀ ਦੂਜੇ ਨੂੰ ਦੱਸ। ਅਸੀਂ ਤੇ ਤਰਨ ਤਾਰਨ ਇੰਨੇ ਇਸ਼ਨਾਨ ਕੀਤੇ ਜੀ ਤਾਂ ਫੁਲਵੈਰੀ ਗਈ। ਅਸੀਂ ਇੰਨੇ ਪਾਠ ਸੁਖਮਨੀ ਸਾਹਿਬ ਕੀਤੇ ਤਾਂ ਸਾਡੀ ਫੁਲਵੈਰੀ ਗਈ।
8 ਮਹੀਨੇ ਬਾਅਦ ਜਿਹੜੀ ਚਲੀ ਗਈ ਸੀ ਫੁਲਵੈਰੀ ਫੇਰ ਹੋ ਗਈ। ਕਿਉਂ? ਮਾਣ ਕਰ ਕਰਕੇ ਦੱਸਿਆ, ਸਗੋਂ ਨੇਮ ਵਧਾ ਕੇ ਸ਼ੁਕਰਾਨੇ ਨਹੀਂ ਕੀਤੇ। ਮਹਾਰਾਜ ਇਹ ਹੁਣ ਖੀਲੇ ਸਵਾਸਾਂ ਤੱਕ ਵਾੜ ਲੱਗੀ ਰਹੇ। ਇਹ ਬੜੀ ਜ਼ਰੂਰੀ ਹੈ ਵੀ ਝੋਲੀ ਭਰੀ ਨੂੰ ਸੰਭਾਲਣਾ ਕਿਵੇਂ, ਸੰਭਾਲਣਾ। 13ਵੀਂ ਜੁਗਤੀ ਅਰਦਾਸ ਪੂਰੀ ਹੋਣ ਤੇ ਮਾਣ ਨਾ ਕਰੇ, ਸਗੋਂ ਨੇਮ ਵਧਾ ਕੇ ਸ਼ੁਕਰਾਨਾ ਕਰੇ। ਇਹਨੂੰ ਬੜੇ ਸੌਖੇ ਢੰਗ ਨਾਲ ਬਾਬਾ ਨੰਦ ਸਿੰਘ ਜੀ ਸਮਝਾਉਂਦੇ ਸੀ। ਕਹਿੰਦੇ ਜਿਹੜੀ ਬੇਰੀ ਨੂੰ ਫਲ ਲੱਗ ਜਾਣ ਉਹ ਝੁਕ ਜਾਂਦੀ ਹੈ। ਗੱਜ ਕੇ ਆਖੋ ਸਤਨਾਮ। ਉਹ ਝੁਕ ਜਾਂਦੀ ਹੈ। ਜੇ ਤੇਰੀ ਬੇਰੀ ਨੂੰ ਫਲ ਲੱਗ ਗਏ, ਅਰਦਾਸ ਪੂਰੀ ਹੋ ਗਈ ਏ, ਤੇ ਹੋਰ ਨੇਮ ਵਧਾ ਕੇ ਝੁਕ ਜਾ ਗੁਰੂ ਅੱਗੇ, ਬਜਾਏ ਮਾਣ ਨਾ ਕਰ ਕਿਤੇ ਦੁਬਾਰਾ ਪਰਚਾ ਨਾ ਪੈ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਦੁਨਿਆਵੀ ਪਿਓ ਪੁੱਤਰ ਨੂੰ ਰਾਸ ਪਾ ਕੇ ਦਿੰਦਾ, ਇਹ ਲੱਖ ਰੁਪਇਆ ਰਾਸ ਪਾ ਕੇ ਦਿੱਤੀ। ਜੇ ਪੁੱਤਰ ਸੰਭਾਲੇ, ਤਰੀਕੇ ਨਾਲ ਉਹਨੂੰ ਵਰਤੇ, ਲੱਖ ਦਾ 1.25 ਲੱਖ ਬਣਾਵੇ, ਵਧਾਵੇ ਰਾਸ ਨੂੰ, ਪਿਓ 2 ਲੱਖ ਹੋਰ ਪਾ ਦਿੰਦਾ। ਕਿਰਪਾ ਉਹ ਸੰਭਾਲਣ ਜੋਗਾ ਹੋਵੇ, ਪਿਓ ਰਾਸ ਹੋਰ ਪਾ ਦਿੰਦਾ। ਇਹ ਬਾਬਾ ਜੀ ਦਾ ਬਚਨ ਹੈ। ਉਹਨੂੰ ਸੰਭਾਲਣ ਵਾਲਾ ਹੋਵੇ, ਪਿਓ ਰਾਸ ਹੋਰ ਪਾ ਦਿੰਦਾ। ਕਹਿੰਦੇ ਜਦੋਂ ਪਿਓ ਵੇਖਦਾ ਕਿ ਪੁੱਤਰ ਇੰਨਾ ਕਿਰਪਾ ਹੋ ਗਈ ਹੈ, ਬੜੇ ਸੋਹਣੇ ਢੰਗ ਨਾਲ ਮੇਰੀ ਪਾਈ ਰਾਸ ਨੂੰ ਸੰਭਾਲਦਾ ਪਿਆ, ਤੇ ਇੱਕ ਦਿਨ ਕੀ ਆਂਦਾ, ਪਿਓ ਕਹਿੰਦਾ ਚਾਬੀਆਂ ਤੂੰ ਲੈ ਲੈ। ਆਖੋ ਸਤਨਾਮ। ਤੁਹਾਡੀ ਜਿਹੜੀ ਝੋਲੀ ਭਰੀ ਤੁਹਾਨੂੰ ਸੰਭਾਲਣ ਦੀ ਜਾਚ ਆ ਗਈ। ਸ਼ੁਕਰਾਨੇ, ਸ਼ੁਕਰਾਨੇ, ਰੋਲਾ ਨਹੀਂ ਹੁੰਦਾ। ਸ਼ੁਕਰਾਨੇ ਸੰਭਾਲਣ ਦੀ ਹੋਰ ਦਿੰਦਾ, ਫਿਰ ਸੰਭਾਲਣ ਦੀ ਜਾਚ ਆ ਗਈ, ਸ਼ੁਕਰਾਨੇ ਹੋਰ ਦਿੰਦਾ। ਇੱਕ ਦਿਨ ਆਂਦਾ ਫਿਰ ਗੁਰੂ ਕਹਿੰਦਾ ਇਹਨੂੰ ਇੰਨੀ ਸੰਭਾਲਣ ਦੀ ਜਾਚ ਆ ਗਈ ਏ, ਤੇ ਕਹਿੰਦੇ ਗੁਰੂ ਟੁੱਟ ਕੇ ਆਪਣੇ ਸਿੱਖ ਨੂੰ ਚਾਬੀਆਂ ਵੀ ਦੇ ਦਿੰਦਾ। ਸੰਤਨ ਹੱਥ ਰਾਖੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ, ਹਾਂਜੀ ਸੰਤਨ ਹੱਥ ਰਾਖੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਬੋਲੋ ਭੈਣੋ ਸੰਤਨ। ਇੱਕ ਦਿਨ ਆਂਦਾ ਗੁਰੂ ਚਾਬੀਆਂ ਹੀ ਦੇ ਦਿੰਦਾ। ਬਾਬਾ ਦੀਪ ਸਿੰਘ ਤੈਨੂੰ ਸੰਭਾਲਣ ਦੀ ਜਾਚ ਆ ਗਈ ਹੈ, ਲੈ ਖੀਸਾ ਮੇਰਾ ਹੱਥ ਤੇਰਾ, ਜਿਹਦੇ ਤੇ ਤੂੰ ਖੁਸ਼ ਉਹਦੇ ਤੇ ਮੈਂ ਖੁਸ਼। 13ਵੀਂ ਜੁਗਤੀ ਤੁਹਾਡੀ ਕੋਈ ਅਰਦਾਸ ਪੂਰੀ ਹੋ ਗਈ, ਮਾਣ ਨਹੀਂ ਕਰਨਾ, ਬੁਲਾਏ ਉਹਦੇ ਨੇਮ ਵਧਾ ਕੇ ਸ਼ੁਕਰਾਨਾ। ਗੁਰੂ ਨਾਨਕ ਮੇਰੀ ਪੈਜ ਸਵਾਰੀ, ਆਨੰਦ ਕਰੋ ਮਿਲ ਸੁੰਦਰ। ਸੁੰਦਰ ਕਿਹਨੂੰ ਕਿਹਾ? ਰੱਬ ਨੂੰ। ਨਾਰੀ ਅਸੀਂ ਸਾਰੀਆਂ ਨਾਰੀਆਂ। ਆਨੰਦ ਕਰੋ ਦਾ ਕੀ ਅਰਥ ਹੈ? ਨੇਮ ਵਧਾਓ, ਆਨੰਦ ਕਰੋ, ਨੇਮ ਵਧਾਓ। ਗੁਰੂ ਨਾਨਕ ਕੋਈ ਤੁਹਾਡੀ ਪੈਜ ਸਵਾਰੇ, ਅਰਦਾਸ ਪੂਰੀ ਕਰ ਦੇ, ਨੇਮ ਹੋਰ ਵਧਾ ਦਿਓ ਕਿ ਇਹ ਝੋਲੀ ਭਰੀ ਰਹੇ। ਗੁਰੂ ਨਾਨਕ ਮੇਰੀ ਪੈਜ ਸਵਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਅੱਜ ਭੈਣੋ ਆਨੰਦ ਕਰੋ ਮਿਲ ਸੁੰਦਰ ਨਾਰੀ, ਆਨੰਦ ਕਰੋ ਮਿਲ ਸੁੰਦਰ ਨਾਰੀ। ਅੱਜ ਕੇ ਭੈਣੋ